ਕੀ ਤੁਸੀਂ ਵੇਖ ਰਹੇ ਹੋ ਕਿ ਭਾਰਤ ਵਿੱਚ ਕਾਂਗਰਸ ਦਾ ਬਦਲ ਆਮ ਆਦਮੀ ਪਾਰਟੀ ਬਣਨ ਵੱਲ ਤੇਜ਼ੀ ਨਾਲ ਵਧ ਰਹੀ ਹੈ ਜਾਂ ਨਹੀਂ? ਇੱਥੇ ਥੋੜਾ ਜਿਹਾ ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਨਹੀਂ ਕਿ ਪੋਲੀਟੀਕਲ ਪਾਰਟੀ ਬਣਾ ਕੇ ਕਿਸਾਨ ਬੈਟਰ ਕਰ ਸਕਦੇ ਸੀਗੇ। ਜੇ ਕੱਲਾ ਅਡਾਨੀ ਅੱਜ ਭਾਰਤ ਛੱਡ ਕੇ ਦੌੜ ਜਾਵੇ ਤੇ ਹਿੰਦੁਸਤਾਨ ਦੀ ਹਾਲਤ ਸ਼੍ਰੀਲੰਕਾ ਵਰਗੀ ਹੋ ਜਾਊਗੀ। ਸੰਸਾਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਰਚਮ ਨਾ ਝੂਲਦੇ ਹੋਣ। ਪੰਜਾਬੀ ਜਿੱਥੇ ਕਿਤੇ ਵੀ ਗਏ ਆਪਣੀ ਬੋਲੀ, ਸੱਭਿਆਚਾਰ ਤੇ ਆਪਣੀ ਸ਼ਾਨਾਮਤੀ ਵਿਰਾਸਤ ਆਪਣੇ ਨਾਲ ਲੈ ਕੇ ਗਏ। ਗੀਤਾ ਦੇ ਸੰਦੇਸ਼ ਤੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਤੇ ਆਸ਼ੇ ਨੂੰ ਪਰਨਾਈ ਪੰਜਾਬੀ ਕੌਮ ਸੰਸਾਰ ਭਰ 'ਚ ਲੋੜਵੰਦਾਂ ਲਈ ਖੜਦੀ, ਮਾੜੇ ਤੇ ਨਿਤਾਣੇ ਦੀ ਬਾਂਹ ਫੜਦੀ, ਹੱਕ ਸੱਚ ਤੇ ਇਨਸਾਫ ਲਈ ਹਿੱਕ ਢਾਹ ਕੇ ਜੂਝਦੀ, ਹੱਸਦੀ ਵਸਦੀ ਮੌਲਦੀ ਤਰੱਕੀਆਂ ਦੇ ਨਵੇਂ ਦਰ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਪੰਜਾਬੀਆਂ ਦੀ ਇਸੇ ਮਾਣਮੱਤੀ ਦੁਨੀਆ ਨੂੰ ਸਮਰਪਿਤ ਹੈ ਪੰਜਾਬੀ ਜਗਤ ਦਾ ਆਪਣਾ ਟੀਵੀ ਪੰਜਾਬੀ ਦੁਨੀਆ। ਟੀਵੀ ਪੰਜਾਬੀ ਦੁਨੀਆ ਲਈ ਤੁਹਾਡਾ ਵਿਸ਼ਵਾਸ ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਸਕਰੀਨ ਤੇ ਤੁਸੀਂ ਦੇਖ ਲਿਆ, ਮੇਰੇ ਨਾਲ ਜੁੜ ਕੇ ਨੇ ਸਾਡੇ ਟੋਰਾਂਟੋ ਦੇ ਉੱਗੇ ਵਿਦਵਾਨ ਡਾਕਟਰ ਸੁਲੇਮਾਨ ਨਾਜ਼ਰੀ। ਡਾਕਟਰ ਸਾਹਿਬ ਨਾਲ ਕਿਸ ਮਰਜ਼ੀ ਵਿਸ਼ੇ ਤੇ ਗੱਲ ਕਰ ਲਈਏ ਉਹਦੇ ਤੇ ਉਹਨਾਂ ਦੀ ਭਰਪੂਰ ਜਾਣਕਾਰੀ ਹੁੰਦੀ ਹੈ। ਅੱਜ ਅਸੀਂ ਮਨ ਬਣਾਇਆ ਸੀ ਕਿ ਭਾਰਤ ਦੀ ਪੋਲਿਟਿਕਸ ਤੇ ਕੁਝ ਗੱਲਾਂ ਬਾਤਾਂ ਅਸੀਂ ਉਹਨਾਂ ਨਾਲ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਨਾਲ ਦੀ ਨਾਲ ਡਾਕਟਰ ਨਾਜ਼ ਤੁਹਾਡਾ ਵੀ ਸਵਾਗਤ ਜੀ। ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਨਿੱਘਾ ਪਿਆਰ। ਤੇ ਅੱਜ ਆਪਾਂ ਗੱਲਬਾਤ ਤੁਹਾਨੂੰ ਪਤਾ ਹੀ ਹੈ ਜਿਹੜੀ ਆਪਣੀ ਕਰਨੀ ਆ ਕਿ ਪੰਜਾਬ ਖਾਸ ਕਰਕੇ ਦਿੱਲੀ ਦੇ ਵਿੱਚ ਜਿਹੜੀ ਐਜੂਕੇਸ਼ਨ ਸਿਸਟਮ ਆ, ਮਨੀਸ਼ ਸ਼ੁਰੀ ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਹੈਗੇ ਆਪਣੇ ਕੇਜਰੀਵਾਲ ਹੋਰਾਂ ਦੇ, ਤੇ ਉਹਨਾਂ ਦੀ ਬੜੀ ਚਰਚਾ ਹੋ ਰਹੀ ਆ ਤੇ ਉਹਦੀ ਬਾਬਤ ਕੁਝ ਸਾਨੂੰ ਸੁਝਾਅ ਦਿਓ ਕਿ ਆਪਾਂ ਕੀ ਕਰਨਾ। ਹਾਂਜੀ ਡਾਕਟਰ ਸਾਹਿਬ, ਨੰਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ। ਜੇ ਸਾਡੇ ਨਾਲ ਤੁਸੀਂ ਇਸ ਗੱਲਬਾਤ 'ਚ ਹਿੱਸਾ ਲੈਣਾ ਹੋਵੇ ਤਾਂ ਸਾਡਾ ਨੰਬਰ ਡਿਸਪਲੇ ਹੋ ਰਿਹਾ 9052164646। ਮੈਨੂੰ ਲੱਗਦਾ 0216 ਲਿਖਿਆ ਗਿਆ, ਮੈਂ ਉਹ ਵੀ ਕੋਸ਼ਿਸ਼ ਕਰਦਾ। 9052164646 ਸਾਡਾ ਨੰਬਰ ਹੈ। ਤੁਸੀਂ ਇੱਥੇ ਕਾਲ ਕਰਕੇ ਸਾਡੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਮੈਂ ਬਦਲੇ ਹੋਏ ਹਾਲਾਤਾਂ 'ਚ ਜਦੋਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਜਿਸ ਤਰੀਕੇ ਨਾਲ ਕਾਂਗਰਸ ਹੌਲੀ ਹੌਲੀ ਭਾਰਤ ਦੇ ਸਕਰੀਨ ਤੋਂ ਲਾਂਭੇ ਜਾ ਰਹੀ ਆ ਤੇ ਉਹਦੇ ਬਦਲ ਵਜੋਂ ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆ ਰਹੀ ਆ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਆ ਕਿ ਆਮ ਆਦਮੀ ਪਾਰਟੀ ਬਿਲਕੁਲ ਬੀਜੇਪੀ ਦੇ ਤੌਰ ਤਰੀਕੇ ਨਾਲ ਕੰਮ ਕਰਨ ਵਾਲੀ ਪਾਰਟੀ ਆ। ਜਿੰਨਾ ਏਜੰਡਾ ਬੀਜੇਪੀ ਦਾ, ਜਿੱਦਾਂ ਇੱਥੇ ਆਪਾਂ ਗੱਲ ਕਰਦੇ ਆ ਨਾ ਕਿ ਐਨਡੀਪੀ ਦਾ ਪੂਰਾ ਏਜੰਡਾ ਲਿਬਰਲ ਖੋਹ ਲੈਂਦੇ ਆ ਤੇ ਫਿਰ ਐਨਡੀਪੀ ਫਾਡੀ ਰਹਿ ਜਾਂਦੀ ਆ। ਤੇ ਹੁਣ ਕਿਤੇ ਨਾ ਕਿਤੇ ਇੱਦਾਂ ਬਣ ਰਿਹਾ ਆ ਕਿ ਜਿਹੜਾ ਏਜੰਡਾ ਬੀਜੇਪੀ ਸੈੱਟ ਕਰਕੇ ਆਈ ਸੀ, ਯਾਨੀ ਕਿ ਹਿੰਦੂਤਵ ਦਾ ਏਜੰਡਾ, ਜੇ ਉਹਨਾਂ ਜੈ ਸ਼੍ਰੀ ਰਾਮ ਕਿਹਾ ਤੇ ਕੇਜਰੀਵਾਲ ਰਾਣਾ ਨੇ ਜੈ ਹਨੂਮਾਨ ਕਹਿਤਾ। ਜੇ ਉਹਨਾਂ ਨੇ ਆਪਣੀ ਪੋਲਿਟਿਕਸ ਫ੍ਰੀ ਵਾਲੀ ਖੇਡੀ ਤੇ ਕੇਜਰੀਵਾਲ ਰਾਣਾ ਨੇ ਉਹਦੇ ਨਾਲ ਕਈ ਗੁਣਾ ਵੱਧ ਫ੍ਰੀ ਵਾਲੀ ਪੋਲਿਟਿਕਸ ਖੇਡ ਕੇ ਸਹੂਲਤਾਂ ਦੇਣ ਦੀ ਗੱਲ ਕਰਕੇ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ। ਦਿੱਲੀ ਤੋਂ ਸ਼ੁਰੂ ਹੋਏ, ਤੀਜੀ ਵਾਰ ਉਹ ਬੜੀ ਭਾਰੀ ਬਹੁਮਤ ਲੈ ਕੇ ਸੀਐਮ ਬਣੇ ਨੇ ਕੇਜਰੀਵਾਲ। ਤੇ ਪੰਜਾਬ ਪਿਛਲੀ ਵਾਰ 2017 ਵਿੱਚ ਵੀ ਆਉਂਦੇ ਰਹਿ ਗਏ। ਉਹਦੇ ਪਿੱਛੇ ਕਈ ਕਾਰਨ ਸੀ, ਆਪਾਂ ਉਹਨਾਂ 'ਚ ਨਹੀਂ ਪੈਂਦੇ ਹੁਣ। ਅੱਜ ਸਾਡੇ ਕਰਨ ਵਾਲੀ ਗੱਲ, ਪਹਿਲੀ ਤਾਂ ਮੈਂ ਤੁਹਾਨੂੰ ਇਹ ਪੁੱਛਦਾ, ਆਪਾਂ ਚੱਲਦੇ ਹਾਂ ਮਨੀਸ਼ ਸਿਸੋਦੀਆ ਤੇ। ਕੀ ਤੁਸੀਂ ਵੇਖ ਰਹੇ ਹੋ ਕਿ ਭਾਰਤ ਵਿੱਚ ਕਾਂਗਰਸ ਦਾ ਬਦਲ ਆਮ ਆਦਮੀ ਪਾਰਟੀ ਬਣਨ ਵੱਲ ਤੇਜ਼ੀ ਨਾਲ ਵੱਧ ਰਹੀ ਆ ਜਾਂ ਨਹੀਂ? ਕਿਉਂਕਿ ਹਾਲਾਂਕਿ ਉਹਨਾਂ ਕੋਲ ਸੁੱਖ ਨਾਲ 2 ਸਟੇਟਾਂ ਨੇ, ਇੱਕ ਪੂਰੀ ਸਟੇਟ ਹੈ ਪੰਜਾਬ ਤੇ ਦਿੱਲੀ ਜਿਹੜੀ ਆ ਉਹ ਮਿਊਨਿਸਪੈਲਿਟੀ ਵਰਗੀ ਸਟੇਟ ਆ।
ਦੋ ਇਲੈਕਸ਼ਨਾਂ ਸਾਡੇ ਸਾਹਮਣੇ ਆ ਰਹੀਆਂ ਨੇ, ਗੁਜਰਾਤ ਤੇ ਹਿਮਾਚਲ ਦੀਆਂ। ਜੇ ਇੱਥੇ ਉਹ ਆਪਣੇ ਪੈਰ ਜਮਾ ਜਾਂਦੇ ਆ ਤੇ ਫਿਰ ਇਦਾਂ ਲੱਗੂਗਾ ਕਿਤੇ ਨਾ ਕਿਤੇ ਕਿ ਭਾਰਤ ਵਿੱਚ ਸੈਕੰਡ ਲਾਰਜੈਸਟ ਪਾਰਟੀ ਬਣਨ ਵੱਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਧ ਰਹੀ ਆ। ਉਹਦਾ ਰਾਹ ਰੋਕਣ ਲਈ ਬੀਜੇਪੀ ਸਾਰੇ ਹੀ ਹੱਥ ਕੰਡੇ ਵਰਤ ਰਹੀ। ਜਿਹੜੇ ਲਗਾਤਾਰ ਪਹਿਲਾਂ ਕਾਂਗਰਸ ਵਰਦੀ ਹੁੰਦੀ ਸੀ, ਈਡੀ ਵਾਲਾ ਫਾਰਮੂਲਾ, CBI ਵਾਲਾ ਫਾਰਮੂਲਾ, ਉਹਨਾਂ ਦੇ ਲੀਡਰਾਂ ਨੂੰ ਡਰਾਉਣ ਧਮਕਾਉਣ, ਲਾਲਚ ਦੇ ਕੇ ਆਪਣੇ ਨਾਲ ਜੋੜਨ ਵਾਲੇ, ਸਾਰੀਆਂ ਗੱਲਾਂ ਆਪਾਂ ਕਰਾਂਗੇ। ਪਹਿਲਾਂ ਤੁਸੀਂ ਦੱਸੋ ਵੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਭਾਰਤ ਵਿੱਚ ਕਾਂਗਰਸ ਦਾ ਬਦਲ ਬਣ ਕੇ ਕਦੀ ਇੱਕ ਲਾਰਜੈਸਟ ਪਾਰਟੀ ਜਿਹੜੀ ਬੀਜੇਪੀ ਨੂੰ ਟੱਕਰ ਦੇ ਸਕੇ? ਜਿੱਤਣਾ ਹਾਰਨਾ ਜੇ ਦੂਜੇ ਨੰਬਰ ਦੀ ਗੱਲ ਆ, ਕਾਂਗਰਸ ਨੂੰ ਪਿੱਛੇ ਛੱਡ ਕੇ ਵੱਡੀ ਆਪੋਜੀਸ਼ਨ ਦਾ ਰੋਲ ਜਾਂ ਇੱਕ ਲੀਡਿੰਗ ਪਾਰਟੀ ਦਾ ਰੋਲ ਨਿਭਾ ਸਕਦੀ ਹੈ? ਬੜਾ ਕੰਪਲੈਕਸ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਕਸ਼ਾ ਹੈ ਨਾ ਪੋਲਿਟਿਕਸ ਦਾ, ਐਡਾ ਕੰਪਲੈਕਸ ਹੈ ਕਿ ਸਾਰੀ ਦੁਨੀਆ ਦੀਆਂ ਨਜ਼ਰਾਂ ਉਹਦੇ 'ਤੇ ਆ, ਕਿਉਂਕਿ ਨੂਮੈਰੀਕਲੀ ਸਪੀਕਿੰਗ ਕਿ ਨੰਬਰ ਦੇ ਲਿਹਾਜ਼ ਨਾਲ ਜਿਹੜੀ ਜਨਸੰਖਿਆ ਦੇ ਲਿਹਾਜ਼ ਨਾਲ ਹਿੰਦੁਸਤਾਨ ਜਿਹੜਾ ਉਹ ਵਰਲਡ ਦਾ ਬਿਗੈਸਟ ਡੈਮੋਕ੍ਰੈਟਿਕ ਸਟੇਟ ਆ, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿ ਰਹੇ ਹਾਂ। ਪਰ ਜਲਦੀ ਹੀ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਹਿੰਦੁਸਤਾਨ ਉਹ ਡੈਮੋਕ੍ਰੈਟਿਕ ਸਿਸਟਮ ਨੂੰ ਛੱਡ ਕੇ ਹਿੰਦੂਤਵਾ ਦੇ ਪੰਜੇ ਦੇ ਵਿੱਚ ਚੰਗੀ ਤਰ੍ਹਾਂ ਜਕੜ ਪਕੜ ਰਿਹਾ। ਤੇ ਜਿਹਦਾ ਰਿਜ਼ਲਟ ਇਹ ਵੀ ਆ ਕਿ ਅਸੀਂ ਮਹਿਸੂਸ ਕਰ ਰਹੇ ਕਿ ਜਿਹਨੂੰ ਅਸੀਂ ਇੱਕ ਥਿਓਕ੍ਰੈਟਿਕ ਸਟੇਟ ਕਹਿੰਦੇ ਆ, ਜਿਹੜੀ ਧਰਮ ਦੇ ਨਾਂ ਦੇ ਉੱਤੇ ਬਣੀ ਹੋਵੇ, ਉਹ ਥਿਓਕ੍ਰੈਟਿਕ ਸਟੇਟ ਵੱਲ ਨੂੰ ਬੜੀ ਤੇਜ਼ੀ ਨਾਲ ਹਿੰਦੁਸਤਾਨ ਪੈਰ ਵਧਾ ਰਿਹਾ। ਇਹਨਾਂ ਸਿਚੁਏਸ਼ਨਸ ਨੂੰ ਆਪਾਂ ਕਈ ਸਾਲਾਂ ਤੋਂ ਦਹਾਕਾ ਹੋ ਗਿਆ ਇਹ ਤੋਂ ਵੀ ਜ਼ਿਆਦਾ ਵੇਖ ਰਹੇ ਹਾਂ ਕਿ ਜੇ ਹਿੰਦੁਸਤਾਨ ਦੇ ਵਿੱਚੋਂ ਅੱਜ ਅਸੀਂ ਇਹ ਦੇਖਦੇ ਕਿ ਕਾਂਗਰਸ ਇੱਕ ਕਹਿ ਲਓ ਕਿ ਓਲਡ ਪਾਰਟੀ ਜਿਹੜੀ ਸੀ ਉਹ ਬਹੁਤ ਬੁਰੀ ਤਰ੍ਹਾਂ ਪਛੜ ਗਈ। ਤੇ ਮੇਰਾ ਆਪਣਾ ਨਿੱਜੀ ਵੀ ਤੇ ਤੁਹਾਡਾ ਵੀ ਹੋ ਸਕਦਾ, ਬਹੁਤ ਸਾਰੇ ਇੰਟੈਲੈਕਚੁਅਲ ਲੋਕ ਇਹ ਸੋਚਦੇ ਸੀ ਕਿ ਹਿੰਦੁਸਤਾਨ ਦਾ ਜੇ ਤੀਜਾ ਬਦਲ ਜੇ ਆਉਣਾ ਤੇ ਅਸੀਂ ਆਮ ਆਦਮੀ ਪਾਰਟੀ ਵੱਲ ਵੇਖਦੇ ਸੀ। ਪਰ ਜੇ ਆਮ ਆਦਮੀ ਪਾਰਟੀ ਦਾ ਇਹੀ ਰਵੱਈਆ ਕਿ ਉਹ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਅਸੀਂ ਇੱਕ ਆਮ ਤੌਰ ਤੇ ਲੋਕ ਕਹਿੰਦੇ ਕਿ ਆਮ ਆਦਮੀ ਜਿਹੜੀ ਪਾਰਟੀ ਆ ਉਹ ਬੀ ਟੀਮ ਹੈਗੀ ਆ ਬੀਜੇਪੀ ਦੀ, ਮੈਨੂੰ ਚੰਗੀ ਨਹੀਂ ਲੱਗਦੀ ਇਹ ਗੱਲ। ਪਰ ਅਸੀਂ ਕੀ ਕਰੀਏ ਜਦੋਂ ਉਹ ਇਸ ਤਰ੍ਹਾਂ ਦੇ ਹੱਥ ਕੰਡੇ ਖੇਡ ਰਿਹਾ। ਹਾਲਾਂਕਿ ਮੈਂ ਇਹ ਮਹਿਸੂਸ ਕਰਦਾ ਕਿ ਬੀਜੇਪੀ ਦਾ, ਮੈਂ ਜਦੋਂ ਆਪਣੇ ਕਿਸਾਨ ਮੋਰਚਾ ਹੁੰਦਾ ਸੀ ਤਾਂ ਮੈਂ ਉਦੋਂ ਇੱਕ ਬਿਆਨ ਦਿੱਤਾ ਸੀ, ਮੈਨੂੰ ਯਾਦ ਹੈ ਪਿਛਲੇ ਸਾਲ ਦਾ, ਮੈਂ ਉਹਦੇ 'ਚ ਖਾਸ ਕਰਕੇ ਕਿਹਾ ਸੀ ਤੇ ਜਗਬਾਣੀ ਦੇ ਵਿੱਚ ਵੀ ਛਪਿਆ ਸੀਗਾ ਹਿੰਦੁਸਤਾਨ ਦੇ ਵਿੱਚ। ਤਾਂ ਮੈਂ ਉਦੋਂ ਕਿਹਾ ਸੀ ਕਿ ਅੱਜ ਲੋੜ ਆ ਜੇ ਬੀਜੇਪੀ ਨੇ ਆਪਣੇ ਪੈਰ ਜਮਾਉਣੇ ਹੋਣ ਤੋਂ ਬਾਹਰ ਨਿਕਲ ਕੇ ਆਊਟਰਾਈਟਲੀ ਜਿਹੜੀ ਆ ਉਹ ਕਿਸਾਨਾਂ ਦੇ ਮੋਰਚੇ ਦੀ ਮਦਦ ਕਰਨ ਤੇ ਉਹਨਾਂ ਦੇ ਨਾਲ ਖੜੇ ਹੋਣ, ਕਿਉਂਕਿ ਇਹ ਮਸਲਾ ਹੀ ਅਸਲ 'ਚ ਦਿੱਲੀ ਦਾ ਬਣਿਆ ਪਿਆ ਸੀ। ਪਰ ਉਹਦੇ 'ਚ ਰਿਜ਼ਲਟ ਕੁਛ ਇੰਨਾ ਗੰਭੀਰ ਨਹੀਂ ਨਿਕਲਿਆ, ਸਿਰਫ ਇਸ ਗੱਲ ਦੇ ਕਿ ਮਤਲਬ ਇਹ ਹੈ ਕਿ ਬੀਜੇਪੀ ਦੀ ਜਿਹੜੀ ਆਪਣੀ ਕੇਜਰੀਵਾਲ ਹੋਰਾਂ ਦੀ ਪਾਰਟੀ ਸੀ, ਆਮ ਆਦਮੀ ਦੀ ਪਾਰਟੀ, ਉੱਥੇ ਦਿੱਲੀ 'ਚ ਜਿਹੜੇ ਗਰੀਬ ਬੈਠੇ ਸੀ ਉਹਨਾਂ ਨੂੰ 1 ਸਾਲ ਰੋਟੀਆਂ ਕਿਸਾਨ ਉੱਥੇ ਫ੍ਰੀ ਖਵਾਏ। ਤੇ ਇਸ ਲਈ ਜਿਹੜਾ ਕਲੀਅਰ ਕੱਟ ਜਿਹੜੀ ਸਪੋਰਟ ਸੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਹੋਰਾਂ ਦੀ, ਉਹ ਕਲੀਅਰ ਹੋ ਕੇ ਸਾਹਮਣੇ ਨਹੀਂ ਆਈ। ਪਰ ਪੰਜਾਬ ਦੇ ਵਿੱਚ ਜਦੋਂ ਉਹਨਾਂ ਦੀ ਜਿੱਤ ਹੋਈ ਤਾਂ ਉਹ ਜਿੱਤ ਦਾ ਵੀ ਕੋਈ ਸਬਬ ਸੀ, ਜਿਹਨੂੰ ਮੈਂ ਕਹੂੰਗਾ ਕਿ ਜਿਹੜੇ ਪੰਜਾਬ ਦੇ ਲੋਕ ਸੀ ਉਹਨਾਂ ਨੇ ਇਸ ਜਿੱਤ ਨੂੰ ਇੱਕ ਨੈਗੇਟਿਵ ਵੋਟ ਪਾਇਆ ਕਿ ਨਾ ਸਾਡੇ ਕੋਲ ਇਸ ਵੇਲੇ ਕਾਂਗਰਸ ਸਾਨੂੰ ਲੀਡ ਕਰ ਸਕਦੀ ਤੇ ਨਾ ਅਕਾਲੀ ਕਰ ਸਕਦੇ ਆ। ਦੋਨੋਂ ਦੇ ਦੋਨੋਂ ਮਤਲਬ ਇਹ ਸਾਨੂੰ ਧੋਖੇਬਾਜ਼ ਸਾਬਤ ਹੋਏ। ਤੇ ਇਸ ਲਈ ਜਿਹੜੀ ਤੀਜੀ ਪਾਰਟੀ ਸੀ ਕੋਈ ਹੈ ਹੀ ਨਹੀਂ ਸੀ, ਜਿਹਦੇ ਲਈ ਮੈਂ ਉਦੋਂ ਇਹ ਕਹਿੰਦਾ ਸੀ ਕਿ ਲੋੜ ਇਸ ਗੱਲ ਦੀ ਆ ਕਿ ਕਿਸਾਨ ਜਿਹੜੇ ਆਪਣੀ ਪਾਰਟੀ ਬਣਾਉਣ, ਜਿਹੜੀ ਉਹਨਾਂ ਨੇ ਨਹੀਂ ਬਣਾਈ। ਅਲਟੀਮੇਟਲੀ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਉਹ ਚੁੱਪ ਕਰਕੇ ਅਸੀਂ ਮੈਜੋਰਟੀ ਦੇ ਨਾਲ ਜਿਹੜੀ ਸੀ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾ ਦਿੱਤੀ। ਪਰ ਡਾਕਟਰ ਸਾਹਿਬ, ਕਿਸਾਨ ਜਥੇਬੰਦੀਆਂ ਨੇ ਤਾਂ ਆਪਣੀ ਇੱਕ ਪਾਰਟੀ ਬਣਾਉਣ ਦਾ ਯਤਨ ਕੀਤਾ ਸੀਗਾ ਬੜੇ ਵੱਡੇ ਪੱਧਰ ਤੇ, ਪਰ ਉਹ ਜਿਹੜਾ ਯਤਨ ਸੀ ਉਹ ਫਲॉप ਹੋ ਗਿਆ ਕਿਤੇ ਨਾ ਕਿਤੇ। ਉਹ ਗੱਲ ਬਣੀ ਨਹੀਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਇਸ ਗੱਲ ਦੀ ਮਾਨਤਾ ਨਹੀਂ ਦਿੱਤੀ। ਸਗੋਂ ਇਹ ਹੋਇਆ ਕਿ ਜਿਹੜੀਆਂ ਜਥੇਬੰਦੀਆਂ ਪੋਲਿਟਿਕਸ ਵਾਲੇ ਪਾਸੇ ਆਈਆਂ ਉਹ ਨਾ ਘਟਦੀਆਂ ਰਹੀਆਂ ਨਾ ਘਾਟਦੀਆਂ ਰਹੀਆਂ। ਇੱਕ ਪਾਸੇ ਤੇ ਸਾਰੇ ਲੋਕਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਦੂਜੇ ਪਾਸੇ ਨਾ ਤੇ ਉਹਨਾਂ ਨੂੰ ਉਹ ਕੀ ਕਹਿੰਦੇ ਹੁੰਦੇ ਆ ਕਿ ਸ਼ੇਰ ਨਾ ਵਸਾਲੇ ਸਨਮ ਵਾਲਾ, ਤੇ ਉਹ ਦੂਜੇ ਪਾਸੇ ਉਹਨਾਂ ਦੀ ਜਿਹੜੀ ਇਧਰ ਕੇ ਰਹੇ ਨਾ ਉਧਰ ਕੇ ਰਹੇ, ਹਾਂਜੀ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ ਵਾਲਾ ਕੰਮ ਜਿਹੜਾ ਉਹ ਹੋ ਗਿਆ। ਜਿਹੜੇ
ਕਿਸਾਨ ਮੋਰਚਾ ਆ ਉਹਦੇ ਵਿੱਚੋਂ ਵੀ ਉਹਨਾਂ ਦੀ ਹੋਂਦ ਜਿਹੜੀ ਆ ਉਹ ਖਤਮ ਹੋ ਗਈ ਤੇ ਲਗਭਗ ਜਿਹੜੇ ਰਾਜੇਵਾਲ ਰਹੀ ਸੀ ਜਿਸ ਤਰ੍ਹਾਂ ਜਾਂ ਉਹਨਾਂ ਦੇ ਨਾਲ ਜਿਹੜੇ ਮਿਲ ਕੇ ਚੱਲੇ ਕੰਮ ਕਰ ਰਹੇ ਲੋਕ ਸੀਗੇ, ਉਹਨਾਂ ਦਾ ਇਸ ਵੇਲੇ ਕੋਈ ਵੀ ਸਿਆਸੀ ਆਧਾਰ ਜਿਹੜਾ ਉਹ ਪੰਜਾਬ 'ਚ ਨਹੀਂ ਬਚਿਆ, ਨਾ ਜਥੇਬੰਦਕ ਤੌਰ ਤੇ ਨਾ ਦੂਜੇ ਤੌਰ ਤੇ। ਸਗੋਂ ਹੋਇਆ ਇਹ ਕਿ ਜਿਹੜੇ ਬੰਦੇ ਸਿਆਸਤ ਵਾਲੇ ਪਾਸੇ ਨਹੀਂ ਗਏ ਉਹ ਸਰਵਾਈਵ ਕਰ ਗਏ। ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਵੀ ਗੱਲ ਕਰਦੇ ਆ ਤੇ ਉਹ ਕਹਿੰਦੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਹੁਣ ਜਿਹੜੇ ਟਕੈਤ ਨਹੀਂ ਆ ਤੇ ਜੇਕਰ ਰਾਜਨੀਤੀ ਕਰਨੀ ਆ ਤੇ ਪ੍ਰੈਸ਼ਰ ਗਰੁੱਪ ਜਿਹਨੂੰ ਅਸੀਂ ਕਹਿੰਦੇ ਆ ਜਾਂ ਟ੍ਰੇਡ ਯੂਨੀਅਨ ਕਹਿੰਦੇ ਆ, ਉਹਨਾਂ ਦੀ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਤੇ ਜੇ ਉਹਨੂੰ ਰਲਗੱਡ ਕਰ ਲਿਆ ਜਾਵੇ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਆ ਲੋਕ ਇਹ ਸਮਝਦੇ ਆ ਕਿ ਇਹ ਲੋਕ ਵੀ ਸਿਆਸੀ ਲੋਕ ਨੇ ਤੇ ਇਹ ਵੀ ਸਾਡੇ ਨਾਲ ਉਸ ਤਰ੍ਹਾਂ ਹੀ ਕਰਨਗੇ ਜਿੱਦਾਂ ਦੂਜੀਆਂ ਧਿਰਾਂ ਨੇ ਕੀਤਾ। ਇੱਥੇ ਥੋੜ੍ਹਾ ਜਿਹਾ ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਨਹੀਂ ਕਿ ਪੋਲੀਟੀਕਲ ਪਾਰਟੀ ਬਣਾ ਕੇ ਕਿਸਾਨ ਬੈਟਰ ਕਰ ਸਕਦੇ ਸੀਗੇ, ਕਿਉਂਕਿ ਅਸੀਂ ਵੀ ਪਹਿਲਾਂ ਇਸੇ ਧਾਰਨਾ ਨੂੰ ਲੈ ਕੇ ਚੱਲਦੇ ਸੀ, ਸੋਚਦੇ ਸੀ ਕਿ ਸ਼ਾਇਦ ਇਹੀ ਇੱਕ ਤਰੀਕਾ ਆ ਕਿ ਇਹਨਾਂ ਨੂੰ ਜਿਹੜੇ ਸਿਆਸੀ, ਮੈਂ ਕਹੂੰਗਾ ਸਿਆਸੀ ਇੱਕ ਕਿਸਮ ਦੇ ਜਿਹੜੇ ਕਾਬਜ ਹੋਏ ਲੰਮੇ ਚਿਰ ਤੋਂ ਹੁਕਮਰਾਨ, ਉਹਨਾਂ ਨੂੰ ਹੁਣ ਤੇ ਸਿਆਸੀ ਗੁੰਡੇ ਕਹਿਣਾ ਚਾਹੀਦਾ ਆ, ਉਹਨਾਂ ਤੋਂ ਖਹਿੜਾ ਛਡਾਉਣ ਲਈ। ਪਰ ਉਹ ਗੱਲ ਕਾਮਯਾਬ ਨਹੀਂ ਹੋ ਸਕੀ, ਸਗੋਂ ਉਹਦੀ ਜਗ੍ਹਾ ਤੇ ਜਿਹੜਾ ਖਲਾਅ ਪੈਦਾ ਹੋਇਆ, ਜਿਹੜੀ ਸਪੇਸ ਬਣੀ, ਉਹਨੂੰ ਭਰਨ ਲਈ ਬੜੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਦੁਬਾਰਾ ਜਿਹੜਾ ਆਪਣਾ ਵਕਾਰ ਗਵਾਇਆ ਸੀ ਉਹਨੂੰ ਬਹਾਲ ਕੀਤਾ ਤੇ ਉਹ ਦੁਬਾਰਾ ਜਿਹੜੀ ਆ ਉਹ ਪਾਵਰ 'ਚ ਆ ਗਈ। ਵੈਰੀ ਟਰੂ। ਮੈਂ ਤੁਹਾਨੂੰ ਸਗੋਂ 100% ਇਸ ਚੀਜ਼ ਤੇ ਐਗਰੀ ਕਰਦਾ ਕਿ ਜਿਹੜਾ ਕਿਸਾਨਾਂ ਦਾ ਤੇ ਜਿਹੜਾ ਮੋਰਚਾ ਬਣਨਾ ਸੀ ਕਮਿਊਨਿਸਟਾਂ ਦਾ, ਉਹ ਇਕੱਠਾ ਗੱਠਜੋੜ ਚੱਲ ਨਹੀਂ ਸਕਿਆ, ਬੁਰੀ ਤਰ੍ਹਾਂ ਡਿਫੀਟ ਖਾ ਗਿਆ। ਤੇ ਇਹ ਤੁਹਾਡੀ ਗੱਲ ਠੀਕ ਹੈ ਵੀ ਜਦੋਂ ਉਹ ਮਸਲਾ ਹੀ ਨਹੀਂ ਬਣਿਆ ਤਾਂ ਪਾਰਟੀ ਕੀ ਬਣਨੀ ਸੀ ਜੇ ਇੱਕ ਥਾਂ ਹੋਈ ਨਹੀਂ ਗੱਲਬਾਤ। ਪਰ ਅਲਟੀਮੇਟਲੀ ਆਉਣ ਵਾਲੇ ਵਕਤ ਦੇ ਵਿੱਚ ਵੀ ਦੇਖਿਓ ਕਿ ਇਹ ਜਿੰਨਾ ਚਿਰ ਕਿਸਾਨ ਆਪਣੇ ਹੱਥ 'ਚ ਇਹ ਸਾਰੀ ਹੋਂਦ ਨੂੰ ਨਾ ਲੈਣਗੇ ਉਹਨਾਂ ਚਿਰ ਉਹ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋ ਸਕਦੇ। ਜੀ ਬਿਲਕੁਲ ਬਿਲਕੁਲ, ਕਿਉਂਕਿ ਹਾਲਾਤ ਇਦਾਂ ਦੇ ਬਣੇ ਪਏ ਨੇ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਜਿਹੜੇ ਡਾਕਟਰ ਸਾਹਿਬ ਹੁਣ ਫਿਰ ਉਹ ਲੰਬੇ ਪਾਸੇ ਪੈ ਜਾਣਾ, ਆਪਾਂ ਜੇ ਉੱਧਰ ਗਏ WTO ਵਾਲੇ ਜਿਹੜੇ ਐਗਰੀਮੈਂਟ ਨੇ ਉਹਨਾਂ ਨੇ ਹੱਥ ਬੰਨੇ ਹੋਏ ਪੋਲੀਟੀਕਲ ਪਾਰਟੀਆਂ ਦੇ। ਪਾਰਟੀ ਭਾਵੇਂ BJP ਆ ਜੇ, ਕਾਂਗਰਸ ਆ ਜੇ, ਆਪ ਵਾਲੇ ਆ ਜਾਣ ਜਾਂ ਕੋਈ ਹੋਰ ਤੀਜੀ ਚੌਥੀ ਧਿਰ ਉੱਠ ਕੇ ਆ ਜੇ, ਜਿੰਨਾ ਚਿਰ ਅਸੀਂ WTO ਦੇ ਵਿੱਚ ਵੱਜੇ ਹੋਏ ਆ ਸਾਨੂੰ ਉਹ ਫੈਸਲੇ ਲੈਣੇ ਹੀ ਪੈਣਗੇ ਜਿਹੜੇ ਬਹੁਤ ਲੋਕ ਪੱਖੀ ਨਹੀਂ ਹੋਣਗੇ ਤੇ ਕਾਰਪੋਰੇਟ ਪੱਖੀ ਹੋਣਗੇ। ਤੇ ਇਹ ਡੈਮੋਕ੍ਰੇਸੀ ਦੀ ਇੱਕ ਬੜੀ ਵੱਡੀ ਕਮਜ਼ੋਰੀ ਆ ਕਿ ਡੈਮੋਕ੍ਰੇਸੀ ਹੁਣ ਇੰਡੀਪੈਂਡੈਂਟ ਡੈਮੋਕ੍ਰੇਸੀ ਨਹੀਂ ਆ, ਗਲੋਬਲ ਲੈਵਲ ਤੇ ਕਾਰਪੋਰੇਟ ਜਿਹੜਾ ਉਹਦੇ ਜਿਹੜੇ ਪ੍ਰੈਸ਼ਰ ਆ, ਮਾੜੇ ਮੁਲਕ ਉਹਨਾਂ ਦਾ ਫੇਸ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਹੁੰਦਾ, ਜਿਨ੍ਹਾਂ ਦੀ ਇਕਨੋਮੀ ਵੀਕ ਹੋਵੇ, ਜਿੱਥੇ ਦੇ ਲੋਕ ਗਰੀਬ ਹੋਣ, ਜਿੱਥੇ ਪਾਪੂਲੇਸ਼ਨ ਜ਼ਿਆਦਾ ਹੋਵੇ, ਜਿੱਥੋਂ ਦੀਆਂ ਲੋਕਲ ਸਮੱਸਿਆਵਾਂ ਬਹੁਤ ਜ਼ਿਆਦਾ ਹੋਣ, ਉੱਥੇ ਇਹਨਾਂ ਚੀਜ਼ਾਂ ਨੂੰ ਮਤਲਬ ਇਹਨਾਂ ਤੋਂ ਬਾਹਰ ਨਿਕਲਣਾ ਲਗਭਗ ਅਸੰਭਵ ਜਿਹਾ ਕੰਮ ਹੋ ਜਾਂਦਾ ਜੀ। ਇਹ ਤੁਹਾਡਾ ਵਿਊ ਜਿਹੜਾ ਬਹੁਤ 100% ਰਾਈਟ ਹੈਗਾ। ਉਹਦੇ 'ਚ ਆਉਣ ਵਾਲੇ ਵਕਤ ਦੇ ਵਿੱਚ ਬੜਾ ਗੰਭੀਰ ਸਾਡੇ ਸਾਹਮਣੇ ਇੱਕ ਪਹਾੜ ਜਿੱਡਾ ਸਵਾਲ ਹੈ ਕਿ ਹਿੰਦੁਸਤਾਨ ਦੀ ਸੈਂਟਰਲ ਪਾਰਟੀ ਜਿਹੜੀ ਇਸ ਵੇਲੇ BJP ਹੈ, ਕੀ ਆਉਣ ਵਾਲੇ ਵਕਤ ਦੇ ਵਿੱਚ ਉਹ ਕਾਇਮ ਹੋ ਸਕਦੀ ਹੈ ਜਾਂ ਰਹੇਗੀ, ਜਾਂ ਕਿ ਜਿਹੜੀਆਂ ਮਿਲਗੋਭਾ ਪਾਰਟੀਆਂ ਜਿਹੜੀਆਂ ਸੂਬਾਈ ਪਾਰਟੀਆਂ ਉਹ ਮਿਲ ਜੁਲ ਕੇ ਸਰਕਾਰ ਬਣਾਇਆ ਕਰਨਗੀਆਂ। ਪਰ ਮਿਲ ਜੁਲ ਕੇ ਸਰਕਾਰ ਬਣਾਉਣ ਦਾ ਅੱਜ ਤਾਈਂ ਹਿੰਦੁਸਤਾਨ ਦੇ ਵਿੱਚ ਵੀ ਯਤਨ ਹੋਇਆ, ਬਾਕੀ ਮੁਲਕਾਂ ਦੇ ਵਿੱਚ ਵੀ ਹੋ ਚੁੱਕਿਆ, ਉਹ ਕਦੀ ਵੀ ਨਹੀਂ ਚੱਲਣੀ, ਕਿਉਂਕਿ ਉਹ ਕਨਫਲਿਕਟ ਇਸੇ ਗੱਲ ਦਾ ਹੁੰਦਾ ਕਿ ਉਹਨਾਂ ਦੇ ਆਪਣੇ ਆਪਣੇ ਏਜੰਡੇ ਹੁੰਦੇ ਤੇ ਜਾਂ ਉਹਨਾਂ ਲੋਕਾਂ ਦਾ ਏਜੰਡਾ ਹੁੰਦਾ ਇਹ ਬਣਾਉਣ ਦੇ ਵਿੱਚ ਜਿਹੜੇ ਮਤਲਬ ਆਪਣੀ ਖੁਦਗਰਜ਼ੀ ਲਈ ਉਹਦੇ ਵਿੱਚ ਜੰਪ ਕਰਕੇ ਆਏ। ਬਿਲਕੁਲ ਇਹ ਗੱਲ ਤੁਹਾਡੀ ਦੁਰਸਤ ਹੈ ਡਾਕਟਰ ਸਾਹਿਬ, ਤੇ ਪਰ ਇਹਦੇ ਨਾਲ ਦੀ ਨਾਲ ਇਹ ਆ ਕਿ ਸਿਆਸੀ ਤੌਰ ਤੇ ਬਦਲ ਤੇ ਕਿਤੇ ਨਾ ਕਿਤੇ ਪੈਦਾ ਹੁੰਦੇ ਆ ਤਾਂ ਹੀ ਸਿਆਸਤ ਚੱਲ ਸਕਦੀ ਹੈ, ਤਾਂ ਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਉਹ ਤਾਂ ਖੈਰ ਚੱਲਦੀਆਂ ਰਹਿਣਗੀਆਂ, ਦੇਸ਼ ਤਾਂ ਹੀ ਚੱਲ ਸਕਦਾ ਚੰਗੇ ਰਾਹ ਤੇ ਜੇ ਉਹਦੇ ਵਿੱਚ ਕੋਈ ਬਦਲਾਅ ਦੀ ਸੰਭਾਵਨਾ ਹੋਵੇ। ਨਹੀਂ ਤੇ ਫਿਰ ਚਾਈਨਾ ਤੇ ਰਸ਼ੀਆ ਦੇ ਪੁਤਨ ਵਾਂਗੂ 1936 ਤੱਕ ਇੱਕੋ ਹੀ ਬੰਦਾ ਤੁਰਿਆ ਰਹੂਗਾ ਤੇ ਸਟੈਗਨੇਸ਼ਨ ਆ ਜਾਏਗੀ। ਜਿੱਦਾਂ ਕਹਿੰਦੇ ਨਾ ਖੜੋਤੇ ਪਾਣੀ ਬਦਬੂ ਮਾਰ ਜਾਂਦੇ ਆ, ਆਪਾਂ ਵੇਖ ਹੀ ਲਿਆ 75 ਸਾਲਾਂ 'ਚੋਂ 50-55 ਸਾਲ ਦੇਸ਼ ਦੀ ਆਜ਼ਾਦੀ ਦੇ ਨਾਂ ਤੇ ਇੱਕੋ ਪਾਰਟੀ ਰਾਜ ਕਰਦੀ ਰਹੀ ਤੇ ਉਹਨੇ ਲੋਕਾਂ ਨਾਲ ਕੀ ਵਫਾ ਕੀਤੀ, ਕਾਂਗਰਸ। ਤੇ ਜਿਹੜੇ ਵੱਡੀਆਂ ਉਮੀਦਾਂ ਲੈ ਕੇ ਜ਼ਰੂਰ ਹੈਗੀ ਹਰਜੀਤ ਜੀ, ਮੈਂ ਮਹਿਸੂਸ ਕਰਦਾ ਕਾਂਗਰਸ ਲਈ ਕਾਂਗਰਸ ਸਭ ਤੋਂ ਆਪਣੀ ਕਦੀਮੀ ਪਾਰਟੀ ਹੈ ਜੀ ਹਿੰਦੁਸਤਾਨ ਦੇ ਵਿੱਚ। ਜੇ ਉਹ ਛੇਤੀ ਇਹ ਗੱਲ ਸਮਝ ਜਾਂਦੀ ਸੋਨੀਆ ਗਾਂਧੀ ਹੋਰੀ ਕਿ ਜਿਹੜੀ ਲੀਡਰਸ਼ਿਪ ਮੈਂ ਆਪਣੇ ਬੇਟੇ ਨੂੰ ਦਿੱਤੀ ਆ ਉਹ ਗਾਂ ਚੱਲਣੀ ਨਹੀਂ,
ਤੇ ਉਸ ਹਿਸਾਬ ਦੇ ਲਿਹਾਜ਼ ਨਾਲ ਜੇ ਅੱਜ ਵੀ ਉਹ ਇਸ ਬਦਲੀ ਨੂੰ ਲੈ ਕੇ ਇੱਕ ਸੋਹਣੇ ਲੀਡਰਸ਼ਿਪ ਦੇ ਵਿੱਚ ਲਿਆਉਣ ਤੇ ਹੋ ਸਕਦਾ, ਮੈਂ ਕਹਿੰਦਾ ਹੋ ਸਕਦਾ ਕਿ ਕਾਂਗਰਸ ਫਿਰ ਉੱਭਰ ਕੇ ਲੋਕਾਂ ਦੇ ਸਾਹਮਣੇ ਆਏ ਤੇ ਲੋਕ ਇਹ ਮਹਿਸੂਸ ਕਰਨ ਕਿ ਯੈਸ, ਇਹ ਜਿਹੜੀ ਡੈਮੋਕ੍ਰੈਟਿਕ ਸਿਸਟਮ ਆ ਕਾਂਗਰਸ ਦਾ ਚੰਗਾ ਸੀ ਮਾੜਾ ਉਹ ਚੱਲ ਸਕਦਾ। ਪਰ ਇਹ ਬੜਾ ਅਜੇ ਬਹੁਤ ਗੰਭੀਰ ਮਸਲਾ, ਮੈਂ ਕਹਿ ਨਹੀਂ ਸਕਦਾ ਆਉਣ ਵਾਲੇ ਵਕਤ ਦੇ ਵਿੱਚ ਕੀ ਹੋਵੇ। ਕੁਛ ਲੋਕ ਜਿਹੜੇ ਆਪਣੇ ਪੱਛਮ ਦੇ ਸਕਾਲਰ ਆ, ਜਿਹੜੇ ਹਿੰਦੁਸਤਾਨ 'ਤੇ ਨਜ਼ਰ ਰੱਖਦੇ ਫਾਰ ਈਸਟ ਦੇ ਉੱਤੇ ਵੀ, ਉਹ ਮਹਿਸੂਸ ਕਰ ਗਏ ਕਿ ਜੇ ਹਿੰਦੁਸਤਾਨ ਦੇ ਵਿੱਚ ਇਹ ਸਾਰੇ ਫਿਰ ਮਤਲਬ ਵਿਗਾੜ ਪੈ ਗਿਆ ਤੇ ਇਹ ਹਿੰਦੁਸਤਾਨ ਆਪਣੇ ਆਪ 'ਚ ਇੱਕ ਨੇਸ਼ਨ ਤਾਂ ਹੈ ਹੀ ਨਹੀਂ। ਇਸ ਵੇਲੇ ਜਿੰਨੇ ਸੂਬੇ ਹੈਗੇ ਆ 29 ਤੋਂ ਲੈ ਕੇ 31 ਅਜੇ ਯੂਨੀਅਨ ਟੈਰੀਟਰੀਜ਼ ਵੀ ਹੈਗੀਆਂ, ਸਾਰੀਆਂ ਰਲਾ ਕੇ ਦੇਖੀਏ ਤਾਂ 31 ਬਣਦੀਆਂ। ਪਰ ਇਹਨਾਂ ਦੀਆਂ ਜੇ ਇਹ ਆਪਣੇ ਆਪ 'ਚ ਹੀ ਇੱਕ ਮੁਲਕ ਆ ਤੇ ਇਹਨਾਂ ਦਾ ਗੱਠ ਛੋੜ ਹੋਣਾ ਬੜਾ ਔਖੀ ਗੱਲ ਆ। ਯੂਨਾਈਟਿਡ ਫਰੰਟ ਕੋਈ ਨਹੀਂ ਹੈਗਾ ਜਿਹਨੂੰ ਅਸੀਂ ਨੇਸ਼ਨ ਕਹਿ ਸਕਦੇ। ਅੱਛਾ ਪਰ ਸਾਹਿਬ ਤੁਸੀਂ ਇਹ ਡਾਕਟਰ ਸਾਹਿਬ ਪਹਿਲਾਂ ਵੀ ਸਵਾਲ ਉਠਾਇਆ ਸੀ, ਮੈਂ ਉਦੋਂ ਵੀ ਥੋੜਾ ਕਨਫਿਊਜ਼ ਸੀ, ਅੱਜ ਮੈਂ ਤੁਹਾਡੇ ਕੋਲ ਕਲੈਰਿਟੀ ਲੈ ਹੀ ਲੈਣਾ ਆ। ਜਦੋਂ ਆਪਾਂ ਨੇਸ਼ਨ ਦੀ ਗੱਲ ਕਰਦੇ ਆ ਨਾ, ਜਦੋਂ ਵੀ ਇੱਕ ਨੇਸ਼ਨ ਬਣਨਾ, ਤੇ ਜੇ ਆਪਾਂ ਦੂਜੇ ਪਾਸੇ ਡੈਮੋਕ੍ਰੈਟਿਕ ਵਿਧਾਵਾਂ ਦੇ ਵਿੱਚ ਫੈਡਰਲਿਜ਼ਮ ਦੀ ਗੱਲ ਕਰਦੇ ਆ ਤੇ ਫਿਰ ਤੇ ਸਾਡਾ ਦੇਸ਼ ਬੜਾ ਸੋਹਣਾ ਗੁਲਦਸਤਾ ਆ ਕਿ ਵੱਖ-ਵੱਖ ਸੋਚਾਂ, ਵੱਖ-ਵੱਖ ਧਰਮ, ਵੱਖ-ਵੱਖ ਪਹਿਰਾਵੇ, ਵੱਖ-ਵੱਖ ਬੋਲੀਆਂ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਗੁਲਦਸਤੇ ਵਾਂਗੂ ਇੱਕ ਮੁਲਕ ਸੱਜਿਆ ਹੋਇਆ। ਤੇ ਜੇ ਅਸੀਂ ਉਹਨੂੰ ਪਾਵਰ ਨੂੰ ਸੈਂਟਰਲਾਈਜ਼ ਕਰ ਦਿੰਦੇ ਆ, ਜਿੱਦਾਂ ਦੀ ਇੰਦਰਾ ਗਾਂਧੀ ਦੇ ਵੇਲੇ ਤੋਂ ਉੱਥੇ ਸ਼ੁਰੂ ਹੋਈ ਕਵੈਦ, ਤੇ ਮੋਦੀ ਰਾਂ ਦੇ ਸਮੇਂ ਆ ਕੇ ਸਿਖਰ ਤੇ ਆ ਗਈ ਕਿ ਰਾਜਾਂ ਦੇ ਸਾਰੇ ਅਧਿਕਾਰ ਖੋ ਕੇ ਕੇਂਦਰ ਨੇ ਆਪਣੇ ਹੱਥ 'ਚ ਲੈ ਲਏ। ਤੇ ਕੀ ਇਦਾਂ ਨੇਸ਼ਨ ਬਣੇਗੀ ਜੇ ਉਤੋਂ ਠੋਸ ਦਿੱਤਾ ਜਾਊਗਾ ਕਿ ਇੱਕ ਮੁਲਕ ਇੱਕ ਭਾਸ਼ਾ, ਇੱਕ ਮੁਲਕ ਇੱਕ ਆਪਣਾ ਇਲੈਕਸ਼ਨ, ਇੱਕ ਮੁਲਕ ਇੱਕ ਫਲਾਣੀ ਚੀਜ਼, ਯਾਨੀ ਕਿ ਹਿੰਦੂਤਵ ਦੇ ਏਜੰਡੇ ਦੇ ਥੱਲੇ ਅਗਰ ਜ਼ਬਰਦਸਤੀ ਭਾਰਤ ਨੂੰ ਇੱਕ ਧਾਗੇ 'ਚ ਪਰੋਣ ਦਾ ਯਤਨ ਕੀਤਾ ਗਿਆ ਜਾਂ ਇੱਕ ਰੱਸੇ ਨਾਲ ਲੜਿਆ ਗਿਆ ਤੇ ਇਹ ਫਿਰ ਭਾਰਤ ਇੱਕ ਨਹੀਂ ਰਹਿ ਸਕੂਗਾ, ਕਿਉਂਕਿ ਉੱਥੇ ਦੇ ਜਿਹੜੇ ਵੱਖ-ਵੱਖ ਸੱਭਿਆਚਾਰ ਆ, ਕਿਉਂਕਿ ਪੰਜਾਬ ਉਛਲਦਾ ਬੜੀ ਛੇਤੀ, ਪੰਜਾਬ ਛੇਤੀ ਦਿਖਾ ਦਿੰਦਾ ਆਪਣਾ ਆਪ, ਪਰ ਬਾਕੀ ਮੁਲਕ ਥੋੜਾ ਜਿਹੜਾ ਉਹ ਦੱਬ ਵੀ ਜਾਂਦਾ ਹੈ ਔਰ ਸਮੇਂ ਨਾਲ ਸਮਝੌਤਾ ਵੀ ਕਰ ਲੈਂਦਾ। ਪੰਜਾਬੀ ਸੁਭਾਅ ਇਹੋ ਜਿਹਾ ਆ ਕਿ ਉਹ ਅੜ ਜਾਂਦਾ ਆ। ਆਪਾਂ ਵੇਖ ਰਹੇ ਆ 84 ਵਾਲਾ ਐਪੀਸੋਡ, ਉਸ ਤੋਂ ਪਹਿਲਾਂ ਜਦੋਂ ਸੂਬੇ ਬਣਨ ਵਾਲਾ ਸੀਗਾ, ਭਾਵੇਂ ਅਸੀਂ ਬੜੇ ਵੱਡੇ ਨੁਕਸਾਨ ਠਾਏ, ਪੰਜਾਬ ਦਾ ਤਾਂ ਰਿਹਾ ਹੀ ਕੁਝ ਨਹੀਂ। ਸਾਡੀ ਲੀਡਰਸ਼ਿਪ ਨੇ 66 ਵਿੱਚ ਬੇੜਾ ਕਰਤਾ ਪੰਜਾਬ ਦਾ। ਉਸ ਤੋਂ ਪਹਿਲਾਂ ਪਾਰਟੀਸ਼ਨ ਵੇਲੇ ਉਹਨਾਂ ਦੇ ਪੱਲੇ ਇੰਨੀ ਸਿਆਣਪ ਨਹੀਂ ਸੀ ਕਿ ਉਹ ਅੰਗਰੇਜ਼ਾਂ ਨੂੰ ਕਨਵਿੰਸ ਕਰਕੇ ਆਪਣੇ ਲਈ ਕੋਈ ਸੁਰੱਖਿਅਤ ਜਗ੍ਹਾ ਲੈ ਸਕਦੇ, ਨਾ ਵੀ ਵੱਖਰਾ ਮੁਲਕ ਲੈਂਦੇ, ਕੋਈ ਲਾ ਇੱਦਾਂ ਦੇ ਬਣਵਾ ਲੈਂਦੇ ਕਿ ਉਹ ਉੱਥੇ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਦੇ। ਹੁਣ ਪਛਤਾਵੇ ਆਪਣੇ ਪੱਲੇ ਰਹਿ ਗਏ। ਤੇ ਇਸੇ ਤਰ੍ਹਾਂ ਹੀ ਹੁਣ ਜਿਸ ਤਰੀਕੇ ਦਾ ਇਹ ਕੰਮ ਚੱਲ ਰਿਹਾ, ਪੰਜਾਬੀ ਛੇਤੀ ਅਸੀਂ ਕਹਿੰਦੇ ਆ ਨਾ ਨਿਕਲ ਬਾਹਰ ਤੈਨੂੰ ਵੇਖ ਲੈਂਦੇ ਆ ਤੇ ਫਿਰ ਭਾਵੇਂ ਅੰਦਰ ਵੜ ਜਾਈਏ ਮੁੜ ਕੇ, ਇਹੋ ਜਿਹੇ ਹਾਲਾਤ ਬਣੇ ਹੋਏ ਆ। ਹਾਲਾਤ ਸਾਡੇ ਇਹੋ ਜਿਹੇ ਬਣੇ ਹੋਏ ਆ। ਬਾਕੀ ਮੁਲਕ ਜਿਹੜਾ ਆ ਉਹ ਇੱਕ ਸੁਰ 'ਚ ਜਾਣਾ ਚਾਹੁੰਦਾ, ਪਰ ਪੰਜਾਬੀ ਕਿਤੇ ਨਾ ਕਿਤੇ ਅੜਦੇ ਆ, ਜਿਹੜੇ ਰੜਕਦੇ ਵੀ ਆ ਉਹਨਾਂ ਨੂੰ। ਤੇ ਕੀ ਫਿਰ ਨੇਸ਼ਨ ਕਿੱਦਾਂ ਬਣੇ? ਜਿਹੜਾ ਤੁਹਾਡਾ ਇਹ ਖਿਆਲ ਆ ਕਿ ਪਾਵਰ ਸੈਂਟਰਲਾਈਜ਼ ਕਰ ਲੈਣ ਉਹ ਤਾਂ ਨੇਸ਼ਨ ਬਣ ਸਕਦੀ ਆ? ਮੈਂ ਸੋਚਦਾ ਕਦੀ ਵੀ ਨਹੀਂ ਹੋਇਆ। ਤੁਹਾਡੀ ਦਲੀਲ ਬੜੀ ਠੀਕ ਹੈਗੀ ਆ। ਇਹ ਕਦੀ ਵੀ ਨਹੀਂ ਹੋਇਆ। ਦੁਨੀਆ 'ਚ ਮਾਰਕਸਿਜ਼ਮ ਤੋਂ ਲੈ ਕੇ ਮਾਓਜ਼ੇਤੁੰਗ ਤੋਂ ਲੈ ਕੇ ਅੱਜ ਦੇ ਦੇਖੀਏ ਕਿ ਦੁਨੀਆ ਦਾ ਸਭ ਤੋਂ ਵੱਡੀ ਪਾਵਰ ਬਣੀ ਬੈਠੇ ਚੀਨ, ਪਰ ਉਹਨੂੰ ਅਸੀਂ ਅੱਜ ਮਾਰਕਸਿਸਟ ਦੇਸ਼ ਨਹੀਂ ਕਹਿ ਸਕਦੇ। ਉਹਨੂੰ ਕਦੀ ਵੀ ਨਹੀਂ ਅਸੀਂ ਕਹਿ ਸਕਦੇ ਕਿ ਉਹ ਮਾਰਕਸਿਜ਼ਮ ਹੈ। ਇਹ ਇਸ ਆਲਸੋ ਅ ਸੌਰਟ ਆਫ ਫਿਊਡਲਿਜ਼ਮ, ਜਾਂ ਉਹਦੇ 'ਚ ਉਹ ਸਰਮਾਇਆਦਾਰ ਮੁੜ ਕੇ ਫਿਰ ਪਨਪ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਟੁੱਟਣ ਦਾ ਸਬਬ ਸੀ ਰਸ਼ੀਆ ਦਾ, ਇਹੋ ਹੀ ਗੱਲ ਹੈ। ਜਦੋਂ ਸੈਂਟਰਲ ਤਾਕਤ ਜਿਹੜੀ ਇੱਕ ਬੰਦੇ ਦੇ ਹੱਥ 'ਚ ਆ ਕੇ ਆਪਣੀ ਮਰਜ਼ੀ ਕਰਦਾ ਤੇ ਉਹ ਮੁਲਕ ਦੇ ਵਿੱਚ ਫਿਰ ਬਗਾੜ ਪੈ ਜਾਂਦਾ, ਉਹਦੇ ਵਿੱਚ ਕੌਨਫਲਿਕਟ ਹੁੰਦਾ, ਉਹਦੇ 'ਚ ਤਰੇੜਾਂ ਆ ਜਾਂਦੀਆਂ, ਉਹ ਟੁੱਟ ਜਾਂਦਾ। ਇਸੇ ਤਰ੍ਹਾਂ ਹੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਲੀਹਾਂ ਕਾਂਗਰਸ ਨੇ ਪਾਈਆਂ ਸੀਗੀਆਂ ਤੇ ਉਹ ਇੱਕ ਤਰ੍ਹਾਂ ਦਾ ਕਹਿ ਲਓ ਇੱਕ ਟੱਬਰ ਦਾ ਹੀ ਮਸਲਾ ਬਣ ਗਿਆ। ਉਹਦੇ ਵਿੱਚੋਂ ਇਹ ਨਿਕਲਿਆ ਕਿ ਇਸ ਵੇਲੇ ਉਹ ਜ਼ੀਰੋ ਹੋਏ ਬੈਠੇ, ਦੇयर इज नो ਆਪੋਜੀਸ਼ਨ ਐਟ ਆਲ। ਇਸ ਲਈ ਜਿਹੜੀ ਸੈਂਟਰਲ ਗੌਰਮੈਂਟ ਜੇ ਬਣਾ ਵੀ ਲੈ, ਸੈਂਟਰਲ ਗੌਰਮੈਂਟ ਜੇ ਕਹਿ ਲਓ ਹਿੰਦੂਤਵਾ ਬਣਾ ਲੈ, ਬੀਜੇਪੀ ਬਣਾ ਲੈ, ਤਾਂ ਬਹੁਤ ਦੇਰ ਤੱਕ ਇਹ ਮਸਲਾ ਚੱਲਦਾ ਨਹੀਂ ਰਹੇਗਾ। ਲੋਕ ਫਿਰ ਵੀ ਉੱਠਣਗੇ, ਲੋਕ ਫਿਰ ਵੀ ਇਹ ਗੜਬੜ ਕਰਨਗੇ ਔਰ ਉਹ ਆਪਣੇ ਹੱਕ ਮੰਗਣਗੇ। ਤੇ ਜੇ ਉਹ ਹੱਕ ਇਹ ਦੇਣ ਨੂੰ ਤਿਆਰ ਨਹੀਂ ਹੋਣਗੇ ਤਾਂ ਰਾਇਟਸ ਹੋਣਗੇ।
ਰਾਈਟਸ ਆਪਾਂ ਦੇਖੇ ਕਿ ਕਿੱਦਾਂ ਕਿੱਦਾਂ ਹੁੰਦੇ ਰਹੇ, ਜਿੱਦਾਂ ਤੁਸੀਂ ਮਿਸਾਲ ਦਿੱਤੀ ਆ 84 ਦਾ ਮਸਲਾ ਸੀ, 47 ਦੇ ਵਿੱਚ ਜਿਹੜਾ ਹੋਇਆ, ਇਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਹੋਇਆ। ਆਲਰੇਡੀ ਨਾਗਾਲੈਂਡ ਅਲੱਗ ਮੰਨਦਾ, ਤਾਮਿਲਨਾਡੂ ਅਲੱਗ ਆਪਣਾ ਸੂਬਾ ਮੰਨਦਾ, ਕਸ਼ਮੀਰ ਆਪਣਾ ਅਲੱਗ ਮੰਨਦਾ, ਖਾਲਿਸਤਾਨੀ ਅਲੱਗ ਮੰਨਦੇ। ਅਤੇ ਜੇ ਇਹ ਇਸੇ ਤਰ੍ਹਾਂ ਹੀ ਮਸਲਾ ਹੋਰ ਵੱਧਦਾ ਗਿਆ ਅਤੇ ਹਿੰਦੁਸਤਾਨ ਦੇ ਵਿੱਚ 2-3 ਵੱਡੇ ਧੜੇ ਆਪ 'ਚ ਕਨਫਲਿਕਟ ਕਰਨਗੇ। ਇੱਕ ਤਾਂ ਹਿੰਦੁਸਤਾਨ ਦੀ ਟੁੱਟੀ ਹੋਈ ਹਾਲਤ, ਅਤੇ ਦੂਜੇ ਪਾਸੇ ਉਹਦੇ 'ਤੇ ਨਜ਼ਰ ਹੈਗੀ ਹੈ ਚੀਨ ਦੀ ਅਤੇ ਅਮਰੀਕਾ ਦੀ, ਕਿ ਇਹ ਅਮਰੀਕਾ ਨਹੀਂ ਚਾਹੇਗਾ ਕਿ ਚੀਨ ਉੱਤੇ ਕਬਜ਼ਾ ਕਰ ਲੈ, ਬੇਸ਼ੱਕ ਉੱਤੇ ਉਹਨਾਂ ਨੂੰ ਜੰਗ ਕਰਨੀ ਪਏ। ਇਸ ਲਈ ਇਹ ਇੱਕ ਐਸਾ ਖਿੱਤਾ ਜਾਂ ਭਾਗ ਆ, ਵਰਗ ਆ ਸਾਰੀ ਵਰਲਡ ਦੀ ਪੋਲੀਟਿਕਸ ਲਈ, ਕਿ ਹਿੰਦੁਸਤਾਨ ਜੇ ਡੀਸਟੇਬਲਾਈਜ਼ ਹੋ ਜਾਂਦਾ ਤੇ ਸਾਰਾ ਫਾਰ ਈਸਟ ਮਿਡਲ ਈਸਟ ਤੱਕ ਇਹ ਸਾਰੇ ਦਾ ਸਾਰਾ ਸਿਲਸਿਲਾ ਜਿਹੜਾ ਉਹ ਸਾਡੇ ਕਾਬੂ 'ਚ ਨਹੀਂ ਰਹਿ ਸਕਦਾ, ਤੇ ਨਾ ਇਹਨੂੰ ਕੋਈ ਹੋਰ ਇੱਕ ਆਦਮੀ ਜਾਂ ਇੱਕ ਮੁਲਕ ਇਹਨੂੰ ਸੰਭਾਲ ਨਹੀਂ ਸਕੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਉਹ ਤੇ ਤੁਹਾਡੀ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਪਰ ਦੂਜੇ ਪਾਸੇ ਚਲੋ ਹੁਣ ਆਪਾਂ ਜੇ ਮੌਜੂਦਾ ਜਿਹੜੀ ਪੋਲਿਟਿਕਸ ਆ ਉਹਦੇ ਵੱਲ ਆਉਂਦੇ ਹਾਂ, ਆਪਾਂ ਥੋੜ੍ਹਾ ਜਿਹਾ ਇੱਧਰ ਝਾਤੀ ਮਾਰੀਏ ਕਿ ਜਿਹੜੀ ਇਹ ਪੋਲਿਟਿਕਸ ਹੁਣ ਚੱਲ ਰਹੀ ਹੈ ਹਿੰਦੁਸਤਾਨ ਦੇ ਵਿੱਚ, ਜਿਹਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਆ ਕਿ ਆਮ ਆਦਮੀ ਪਾਰਟੀ ਹੌਲੀ ਹੌਲੀ ਜ਼ੋਰ ਫੜ ਰਹੀ ਆ ਅਤੇ ਉਹਦਾ ਰਾਹ ਰੋਕਣ ਲਈ ਬੀਜੇਪੀ ਯਤਨ ਕਰ ਰਹੀ ਆ। ਹੁਣ ਜਿਹੜਾ ਮੁੱਦਾ ਅਸੀਂ ਅੱਜ ਗੱਲ ਕਰਨਾ ਚਾਹੁੰਦੇ ਹਾਂ, ਚਰਚਾ ਦਾ ਮੁੱਦਾ ਬਣਿਆ ਆ, ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਆ, ਉਹਦਾ ਕਲੇਮ ਹੈ ਕਿ ਉਹਨਾਂ ਨੇ ਲੋਕਾਂ ਦੇ ਲਈ ਜਿਹੜੀਆਂ ਬੇਸਿਕ ਗੱਲਾਂ ਨੇ 2-3, ਇੱਕ ਤਾਂ ਹੁੰਦੀ ਆ ਹੈਲਥ, ਦੂਜਾ ਹੁੰਦਾ ਐਜੂਕੇਸ਼ਨ। ਜਿੰਨਾ ਇਹਨਾਂ ਮੁਲਕਾਂ 'ਚ ਵੀ ਆਪਾਂ ਵੇਖਦੇ ਹਾਂ, ਚਾਹੇ ਅਸੀਂ ਸਰਮਾਏਦਾਰੀ ਨਿਜ਼ਾਮ 'ਚ ਹੀ ਰਹਿ ਰਹੇ ਹਾਂ, ਇੱਥੇ ਵੀ ਆਪਾਂ ਵੇਖਦੇ ਹਾਂ ਕਿ ਹੈਲਥ ਕੈਨੇਡਾ ਦੇ ਵਿੱਚ ਕਾਫੀ ਹੱਦ ਤੱਕ ਲੋਕਾਂ ਨੂੰ ਉਹ ਸਹੂਲਤ ਮਿਲਦੀ ਆ। ਐਜੂਕੇਸ਼ਨ ਘੱਟੋ ਘੱਟ ਹਾਈ ਸਕੂਲ ਤੱਕ ਜਿਹੜੀ ਆ ਉਹ ਸਰਕਾਰੀ ਖਰਚੇ 'ਤੇ ਕਰੀ ਜਾਂਦੀ ਆ। ਬੱਚਿਆਂ ਦੇ ਪਾਲਣ ਪੋਸ਼ਣ ਲਈ ਪੈਸੇ ਮਿਲਦੇ। ਇਹੋ ਜਿਹੀਆਂ ਸੁਵਿਧਾਵਾਂ ਹਨ ਜਿਹਦੇ ਕਰਕੇ ਇਸ ਮੁਲਕ ਨੂੰ ਅਸੀਂ ਦੌੜ ਕੇ ਆਉਂਦੇ ਹਾਂ ਅਤੇ ਇਹਨੂੰ ਸਵਰਗ ਕਹਿੰਦੇ ਹਾਂ ਧਰਤੀ ਦਾ। ਅਤੇ ਜੇ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਭਾਰਤ ਵਿੱਚ ਦੇਣ ਦੀ ਗੱਲ ਹੋਈ ਅਤੇ ਉਹਦੇ ਤੋਂ ਬੀਜੇਪੀ ਵੀ ਖਫਾ ਆ ਅਤੇ ਉੱਥੋਂ ਦਾ ਨਿਆਂ ਪ੍ਰਣਾਲੀ ਵੀ ਖਫਾ ਆ। ਉਹਨਾਂ ਨੇ ਕਿਹਾ ਕਿ ਇਹ ਰਿਓੜੀਆਂ ਵੰਡਣ ਵਾਲੀ ਗੱਲ ਆ, ਮੁਫਤ ਨਾਲ ਕੁਛ ਨਹੀਂ ਮਿਲਦਾ। ਗੱਲ ਕਿਸੇ ਹੱਦ ਤੱਕ ਠੀਕ ਵੀ ਲੱਗਦੀ ਆ ਕਿ ਮੁਫਤ ਕਿਵੇਂ ਚੱਲ ਸਕਦਾ ਮੁਲਕ, ਪਰ ਦੂਜਾ ਪਾਸਾ ਇਹ ਆ ਕਿ ਇੱਕ ਪਾਸੇ ਇੰਨੀ ਵੱਡੀ ਲੁੱਟ ਖਸੁੱਟ ਹੋ ਰਹੀ ਹੋਵੇ ਅਤੇ ਦੂਜੇ ਪਾਸੇ ਜੇ ਲੋਕਾਂ ਨੂੰ ਕੋਈ ਫੈਸਿਲਿਟੀ ਦੇਣ ਲਈ ਸਰਕਾਰ ਆਪਣੇ ਬਜਟ 'ਚੋਂ ਕੁਝ ਹਿੱਸਾ ਇੱਦਾਂ ਦਾ ਰੱਖ ਲੈਂਦੀ ਆ, ਜਿੱਦਾਂ ਹੁੰਦਾ ਵੀ ਆਇਆ ਕਿ ਜਿਹੜੇ ਪਛੜੇ ਅਤੇ ਗਰੀਬ ਵਰਗ ਆ ਉਹਨਾਂ ਲਈ ਕੁਛ ਨਾ ਕੁਛ ਪ੍ਰੋਗਰਾਮ ਮਾੜੇ ਮੋਟੇ ਚੱਲਦੇ ਆਏ ਆ ਪਿੱਛੇ ਵੀ। ਅਤੇ ਹੁਣ ਜੇ ਵੱਡੀ ਪੱਧਰ 'ਤੇ ਇੱਦਾਂ ਦਾ ਕੋਈ ਕੰਮ ਹੁੰਦਾ ਅਤੇ ਉਹਦਾ ਰਾਹ ਰੋਕਣਾ ਚਾਹੁੰਦੀ ਬੀਜੇਪੀ, ਅਤੇ ਇਹ ਮਸਲਾ ਹੁਣ ਖੜਾ ਹੋ ਗਿਆ ਕਿ ਉਹ ਕਹਿੰਦੇ ਆ ਕਿ ਅਸੀਂ ਸਾਡਾ ਰਾਹ ਰੋਕਣ ਲਈ ਉਹ ਲੋਕਾਂ ਨੂੰ ਐਜੂਕੇਸ਼ਨ ਅਤੇ ਹੈਲਥ ਵਾਲੇ ਪਾਸੇ ਨਹੀਂ ਜਾਣ ਦੇਣਾ ਚਾਹੁੰਦੇ। ਉਹ ਕਹਿੰਦੇ ਆ ਕਿ ਜੇ ਸਾਡੇ 'ਤੇ ਈਡੀ ਰੇਡ ਕਰਦੀ ਆ, ਭਾਵੇਂ ਉਹ ਕਿਸੇ ਮਨੀ ਲਾਂਡਰਿੰਗ 'ਤੇ ਕਰੇ, ਭਾਵੇਂ ਉਹ ਕਿਸੇ ਐਕਸਾਈਜ਼ ਪਾਲਿਸੀ 'ਤੇ ਕਰੇ, ਉਹ ਫਟਾਫਟ ਉਹਨਾਂ ਕੋਲ ਸ਼ੀਲਡ ਹੈ। ਸਿਸੋਦੀਆ ਵੀ ਅੱਗੇ ਆ ਜਾਂਦੇ ਆ, ਕੇਜਰੀਵਾਲ ਵੀ ਆ ਜਾਂਦੇ, ਉਹਨਾਂ ਦਾ ਪੂਰੀ ਪਾਰਟੀ ਆ ਜਾਂਦੀ ਆ, ਸੰਜੇ ਸਿੰਘ ਆ ਜਾਂਦੇ ਆ। ਉਹ ਕਹਿੰਦੇ ਆ ਕਿ ਕਿਉਂਕਿ ਅਸੀਂ ਲੋਕਾਂ ਨੂੰ ਐਜੂਕੇਸ਼ਨ ਫ੍ਰੀ ਦੇ ਰਹੇ ਹਾਂ। ਦੇਖੋ ਜੀ, ਨਿਊਯਾਰਕ ਟਾਈਮ 'ਤੇ ਸਾਡੀ ਪਹਿਲੇ ਪੰਨੇ 'ਤੇ ਖਬਰ ਛਾਪ ਰਿਹਾ ਕਿ ਦੁਨੀਆ ਦਾ ਬਿਹਤਰੀਨ ਜਿਹੜਾ ਤਰੀਕਾਕਾਰ ਹੈ ਐਜੂਕੇਸ਼ਨ ਦਾ ਉਹ ਦਿੱਲੀ ਮਾਡਲ ਹੈ, ਅਤੇ ਜਿਹੜੀ ਸਾਡੀ ਸਰਕਾਰ ਆ ਕੇਂਦਰ ਦੀ ਉਹਨੂੰ ਇਹ ਹਜਮ ਨਹੀਂ ਹੋ ਰਿਹਾ। ਆਪਾਂ ਇਸ ਮੁੱਦੇ 'ਤੇ ਵੀ ਅੱਜ ਗੱਲ ਕਰਨੀ ਸੀਗੀ। ਪਹਿਲੋਂ ਇਹਦੇ 'ਤੇ ਕਰ ਲਈਏ। ਹਾਂ ਪਹਿਲੀ ਗੱਲ ਇਹ ਕਿ ਮੈਂ ਨਿਊਜ਼ ਬੜੀ ਅੱਛੀ ਤਰ੍ਹਾਂ ਪੜ੍ਹੀ ਹੈਗੀ ਹੈ। ਮੈਂ ਕੇਜਰੀਵਾਲ ਹੋਰਾਂ ਦਾ ਇਹਦੇ 'ਤੇ ਪ੍ਰਤੀਕਰਮ ਵੀ ਪੜ੍ਹਿਆ, ਸੁਣਿਆ, ਉਹਨਾਂ ਦਾ ਵੀਡੀਓ ਦੇਖਿਆ। ਦੋ ਇੱਕ ਚੀਜ਼ਾਂ ਤਾਂ ਬੜੀਆਂ ਮੇਰੇ ਸਾਹਮਣੇ ਜਿਹੜੀਆਂ ਮੈਂ ਸਾਹਮਣੇ ਬੜੇ ਵਿਸਥਾਰ ਨਾਲ ਦੱਸਣਾ ਚਾਹੁੰਦਾ। ਇੱਕ ਤਾਂ ਇਹ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਸੀਗਾ ਉਹ ਦਿੱਲੀ ਤੋਂ ਬਗੈਰ, ਉਹ ਦਿੱਲੀ ਅੱਗੇ ਹੀ ਟੌਪ 'ਤੇ ਸੀ। ਦਿੱਲੀ ਸਾਰਿਆਂ ਨਾਲੋਂ ਬੈਟਰ ਸੀ। ਉੱਥੇ ਯੂਨੀਵਰਸਿਟੀਆਂ ਵੀ ਬੈਟਰ ਸੀਗੀਆਂ, ਐਕਸੈਪਟਡ ਯੂਨੀਵਰਸਿਟੀਆਂ। ਉੱਥੇ ਦੇ ਐਕੈਡੈਮਿਕ ਕੈਰੀਅਰ ਦੇ ਸਕੂਲ ਔਰ ਪ੍ਰਾਈਵੇਟ ਸਕੂਲ ਵੀ ਬੜੇ ਅੱਛੇ ਸੀ। ਜਿਹੜਾ ਉੱਥੇ ਨਿਊਯਾਰਕ ਟਾਈਮ ਦੇ ਵਿੱਚ ਉਹ ਫੋਟੋ ਆਪਣੇ ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਦੀ ਛਪਣ ਦੀ ਗੱਲਬਾਤ ਹੈ, ਅਤੇ ਤੁਸੀਂ ਹੈਰਾਨ ਹੋਗੇ ਇਹ ਗੱਲ ਸੁਣ ਕੇ ਕਿ ਇਹ ਕੋਈ ਐਸੀ ਵੱਡੀ ਗੱਲ ਨਹੀਂ ਹੈਗੀ ਜਿਹਨੂੰ ਮੈਂ ਇੰਨੀ ਵੱਡੀ ਮਾਨਤਾ ਦੇਵਾਂ। 1993 ਦੇ ਵਿੱਚ ਜਦੋਂ ਮੈਂ PhD ਕੀਤੀ ਡੈਲਸ ਦੇ ਵਿੱਚ, ਮਤਲਬ ਥਿਓਲੋਜੀ ਦਾ ਸਭ ਤੋਂ ਵੱਡੀ ਯੂਨੀਵਰਸਿਟੀ ਕਾਲਜ, ਤੁਸੀਂ ਹੈਰਾਨ ਹੋ ਗਏ ਕਿ ਮੇਰੇ ਕੋਲ ਅਜੇ ਪਿਆ ਹੋਣਾ ਉਹਦਾ। ਤਾਂ ਮੇਰੀ ਵੀ ਉਹਨਾਂ ਨੇ ਛਾਪੀ ਸੀ ਫੋਟੋ ਉਹਦੇ 'ਚ, ਇਹ ਕਹਿ ਕੇ ਕਿ ਮੈਂ ਕੰਪੈਰੇਟਿਵ ਰਿਲੀਜਨ ਦਾ ਪਹਿਲਾ ਹਿੰਦੁਸਤਾਨ ਦੇ ਵਿੱਚੋਂ ਇੱਕ ਸਕਾਲਰ ਹਾਂ ਜਿਹਨੇ PhD ਡੈਲਸ ਤੋਂ ਕੀਤੀ। ਪਰ ਇਹ ਕੋਈ ਐਸਾ ਪਲੱਸ ਪੁਆਇੰਟ ਜੋ ਮੇਰੀ ਝੋਲੀ 'ਚ ਐਸੇ ਬੇਰ ਨਹੀਂ ਪਾ ਦਿੱਤੇ ਜਿਹੜੇ ਕਿਸੇ ਹੋਰ ਦੇ 'ਚ ਨਹੀਂ ਪਏ।
ਜਿਹੜੀ ਗੱਲ ਇਹ ਆ ਕਿ ਉਹ ਇਹ ਆ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਆਲਰੇਡੀ ਪ੍ਰਣਾਲੀ ਉਹਨਾਂ ਦੀ ਸੀ ਜਿਹੜੀ ਦਿੱਲੀ ਦੀ, ਉਹ ਬੜੀ ਚੰਗੀ ਚੱਲ ਰਹੀ ਸੀ। ਰਹੀ ਗੱਲ ਇਹ ਕਿ ਉਹਨਾਂ ਦਾ ਇਹ ਕਹਿਣਾ ਵੀਡੀਓ ਟੇਪ ਦੇ ਵਿੱਚ ਕਿ ਬਾਕੀ ਦੇ ਨਾਲ ਲੱਗਦੇ ਸੂਬੇ ਜਿੱਦਾਂ ਹਰਿਆਣਾ ਪ੍ਰਾਂਤ ਹੈ, ਰਾਜਸਥਾਨ ਹੈ, ਨਾਲ ਤਾਂ ਯੂਪੀ ਦੇ, ਉਹ ਆਪਣੇ ਬੱਚੇ ਲਿਆ ਕੇ ਦਿੱਲੀ 'ਚ ਪੜ੍ਹਾਉਂਦੇ। ਪਹਿਲੋਂ ਮੇਰੀ ਇਹ ਸਮਝ 'ਚ ਨਹੀਂ ਗੱਲ ਆਈ ਕਿ ਉਹ ਕਿੰਨੇ ਕੁ ਅਮੀਰ ਲੋਕ ਹੈਗੇ ਆ ਜਿਹੜੇ ਉੱਥੇ ਆ ਕੇ ਬੱਚਿਆਂ ਨੂੰ ਪੜ੍ਹਾਉਣਗੇ। ਹੋ ਸਕਦਾ ਅਮੀਰ ਹੀ ਪੜ੍ਹਾਉਣ, ਬਾਕੀ ਤਾਂ ਨਹੀਂ ਆ ਸਕਦੇ। ਤਾਂ ਅਮੀਰ ਸਿਰਫ ਉੱਥੇ ਹੀ ਨਹੀਂ ਘੱਲਦੇ, ਉਹ ਆਪਣੇ ਜਿਹੜੇ ਪ੍ਰਾਈਵੇਟ ਸਕੂਲ ਆ ਦੇਹਰਾਦੂਨ ਵਗੈਰਾ 'ਚ, ਜਿੱਦਾਂ ਇੰਦਰਾ ਗਾਂਧੀ ਹੋਰੀ ਸਾਰੇ ਪੜ੍ਹਦੇ ਰਹੇ, ਵੱਡੇ ਵੱਡੇ ਲੋਕ ਹੁਣ ਵੀ ਉੱਥੇ ਦੂਨ ਕਾਲਜ ਦੇਹਰਾਦੂਨ 'ਚ ਹੀ ਪੜ੍ਹਦੇ ਆ। ਦੂਨ ਸਕੂਲ ਹੈ, ਸਨਾਵਰ ਹੈ, ਦੂਨ ਹੈ, ਬਿਸ਼ਪ ਕਾਟਨ ਹੈ, ਸ਼ਿਮਲਾ ਵਾਲਾ, ਹੋਰ ਅੱਛੇ ਸਕੂਲ। ਇਹ ਕਿੱਡੀ ਕੀ ਗੱਲ ਆ। ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ, ਮੈਂ ਲੈਟਰ ਲਿਖਿਆ, ਮੈਂ ਤੁਹਾਨੂੰ ਮੈਂ ਘੱਲੂੰਗਾ ਉਹਦਾ। ਉਹ ਇਹ ਆ ਕਿ ਮੈਂ ਇਹ ਸੋਚਣਾ ਚਾਹੁੰਦਾ ਕਿ ਤੁਸੀਂ ਹੈਰਾਨ ਹੋਗੇ, ਟੂ ਗਿਵ ਹਿਮ ਅ ਪਲੱਸ ਪੁਆਇੰਟ, ਸਾਡੇ 'ਚ ਐਟ ਪ੍ਰੈਜ਼ੈਂਟ ਸਭ ਤੋਂ ਇੰਟੈਲੈਕਚੁਅਲ ਸੈਕੂਲਰ ਵਿਊ ਪੁਆਇੰਟ ਦਾ ਜੇ ਕੋਈ ਲੀਡਰ ਹੈਗਾ ਤੇ ਉਹ ਕੇਜਰੀਵਾਲ ਹੀ ਹੈ। ਤੇ ਮੇਰੀ ਇੱਥੋਂ ਤੱਕ ਵੀ ਇਹ ਗੱਲ ਹੈ ਕਿ ਆਉਣ ਵਾਲੇ ਵਕਤ 'ਚ ਹੋ ਸਕਦਾ ਕੇਜਰੀਵਾਲ ਤੇ ਕਾਂਗਰਸ ਦਾ ਸਮਝੌਤਾ ਹੋ ਜਾਏ ਤੇ ਉਹ ਬੀਜੇਪੀ ਨੂੰ ਟੱਕਰ ਵੀ ਦੇ ਦੇਣ। ਤੇ ਖੈਰ ਇਹ ਫਿਰ ਦੂਜੇ ਪਾਸੇ ਚਲੀ ਗਈ ਗੱਲ। ਸਵਾਲ ਤਾਂ ਆਪਣਾ ਇਹ ਐਜੂਕੇਸ਼ਨ ਦੇ ਸਿਸਟਮ ਦੇ ਉੱਤੇ ਸੀ ਕਿ ਕਹਿੰਦੇ ਕਿ ਸਾਡੇ ਕੋਲ ਜਿਹੜਾ ਬੈਸਟ ਐਜੂਕੇਸ਼ਨ ਸਿਸਟਮ ਵਰਲਡ ਜਿਹੜੀ ਉਹਨੂੰ ਮੰਨਦੀ ਹੈ। ਯੈਸ, ਇਟ ਇਜ਼ ਗੁੱਡ, ਆਈ ਐਮ ਪ੍ਰਾਊਡ ਆਫ ਇਟ। ਪਰ ਜਿਹੜੀ ਗੱਲ ਸੋਚਣ ਵਾਲੀ ਆ ਕਿ ਕੇਜਰੀਵਾਲ ਸਾਹਿਬ ਹੋਰਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਕੀ ਉਹ ਸਹੂਲਤਾਂ ਜਿਹੜੀਆਂ ਉਹ ਕਹਿੰਦੇ ਕਿ ਅਸੀਂ ਨਮੂਨਾ ਬਣ ਗਏ ਬਾਕੀ ਸੂਬਿਆਂ ਨੂੰ। ਯੈਸ, ਬੜੀ ਸੋਹਣੀ ਗੱਲ ਹੈ, ਪਰ ਕੀ ਉਹ ਸਿਸਟਮ ਨੂੰ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਰਾਜਸਥਾਨ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਦੂਜਿਆਂ ਸੂਬਿਆਂ ਨਾਲ ਮਿਲ ਕੇ ਉਹਨਾਂ ਦੀ ਕੋਆਪਰੇਸ਼ਨ ਲੈ ਕੇ ਉੱਥੇ ਇੰਪਲੀਮੈਂਟ ਕਰ ਸਕਦੇ ਆ? ਉਹ ਕਰਨ ਦੀ ਲੋੜ ਸੀ, ਰਾਦਰ ਦੈਨ ਇਹਦੇ 'ਚ ਖੁਸ਼ ਹੋਣਾ ਕਿ ਜੀ ਪੱਛਮ ਦੇ 'ਚ ਨਿਊਯਾਰਕ ਦੇ ਅਖਬਾਰ 'ਚ ਬੱਲੇ ਬੱਲੇ ਸਾਡਾ ਉਹ ਛਪ ਗਿਆ ਉੱਥੇ, ਤੇ ਅਸੀਂ ਖਰੇ ਕਿੱਥੇ ਚੰਦ ਤੇ ਪਹੁੰਚ ਗਏ। ਚੰਦ ਤੇ ਤਾਂ ਹਿੰਦੁਸਤਾਨ ਪਹਿਲਾਂ ਹੀ ਪਹੁੰਚਿਆ ਹੋਇਆ, ਉਹ ਕਹਿੰਦੇ ਅਸੀਂ ਤਾਂ ਆਲਰੇਡੀ ਉੱਥੇ ਪਹੁੰਚੇ ਹੋਏ। ਸਵਾਲ ਇਹ ਆ, ਇਹ ਵੋਟ ਗ੍ਰੈਬਿੰਗ ਲਈ ਇਸ ਕਿਸਮ ਦੀ ਇਹ ਇੱਕ ਪ੍ਰੋਪੇਗੈਂਡਾ ਹੁੰਦਾ। ਅਦਰਵਾਈਜ਼ ਉੱਥੇ ਵੀ ਅੱਜ ਗਰੀਬ ਐਸੀ ਨਹੀਂ, ਗਰੀਬ ਜਿਹੜੇ ਲੋਕ ਉਹਨਾਂ ਨੂੰ ਕਿੱਥੇ ਸਹੂਲਤਾਂ, ਉਹ ਜਾਂਦੇ ਹੀ ਨਹੀਂ ਹੈਗੇ ਕਿਤੇ। ਜੇ ਇਸ ਅੰਕੜੇ ਲੈਂਦੇ ਹੈਗੇ ਵੀ ਸਾਡੇ ਕੋਲ ਜੀ ਬੜਾ ਬੈਸਟ ਸਿਸਟਮ ਆ, ਤਾਂ ਉਹ ਅੰਕੜੇ ਉਹਨਾਂ ਹੀ ਲੋਕਾਂ ਦੇ ਆਰਡੀਨਰੀ ਸਕੂਲਾਂ 'ਚ ਜਿੱਥੇ ਵਿਚਾਰੇ ਗਰੀਬਾਂ ਦੇ ਬੱਚੇ ਪੜ੍ਹਦੇ, ਉੱਥੇ ਤਾਂ ਉਹਨਾਂ ਦੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ, ਤਾਂ ਉਹ ਕਿੱਥੇ ਮਤਲਬ ਟੌਪਰ ਵਰਲਡ ਦੇ ਬਣ ਜਾਣਗੇ। ਤਾਂ ਇਸ ਲਈ ਇਹ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ, ਉਹਦੇ 'ਚ ਮੈਨੂੰ ਇਹ ਭਾਅ ਦੀ ਬੋ ਆਉਂਦੀ ਕਿ ਹਿੰਦੁਸਤਾਨ ਦਾ ਝੰਡਾ ਬਹੁਤ ਬੁਲੰਦ ਹੋ ਗਿਆ ਉਹਦੇ ਵਿੱਚ। ਜਿਵੇਂ ਉਹ ਇਹ ਕਹਿ ਰਹੇ ਹੋਣਗੇ ਕਿ ਬੀਜੇਪੀ ਨੂੰ ਵੀ ਮੈਂ ਸਪੋਰਟ ਕਰਦਾ, ਮੈਂ ਬੀਜੇਪੀ ਲਈ ਵੀ ਖੜਾ ਹੈਗਾ, ਪਰ ਦੂਜੇ ਪਾਸੇ ਮੈਂ ਆਪਣੇ ਜਿਹੜੇ ਮੇਰੇ ਦਿੱਲੀ ਦੇ ਸਟਾਲਵਰਟ ਆ, ਜਿਹੜੇ ਸਾਡੇ ਲੜਨ ਵਾਲੇ ਯੋਧੇ, ਉਹਨਾਂ ਦੇ ਨਾਲ ਵੀ ਖੜਾ। That's what I see. ਜੀ ਅੱਛਾ ਡਾਕਟਰ ਸਾਹਿਬ, ਇਹ 'ਚ ਤੁਹਾਡੀ ਗੱਲਬਾਤ 'ਚੋਂ ਦੋ ਤਿੰਨ ਚੀਜ਼ਾਂ ਸਾਹਮਣੇ। ਇੱਕ ਤੁਸੀਂ ਸ਼ਬਦ ਵਰਤਿਆ ਜਿਹੜਾ ਮੈਂ ਪਹਿਲੀ ਵਾਰ ਸੁਣ ਰਿਹਾ ਕਿ ਕੇਜਰੀਵਾਲ ਇਸ ਵੇਲੇ ਭਾਰਤ ਵਿੱਚ ਸਭ ਤੋਂ ਵੱਡਾ ਸੈਕੂਲਰ ਆਦਮੀ ਆ, ਪਰ ਕਿਹਾ ਤੇ ਇਹ ਜਾ ਰਿਹਾ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਕਿ ਉਹ ਨਾਗਪੁਰ ਦਾ ਪਸੰਦੀਦਾ ਵਿਅਕਤੀ ਆ ਮੋਦੀ ਤੋਂ ਬਾਅਦ। ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਕਾਰਪੋਰੇਟ ਦਾ ਵੀ ਸੈਕੰਡ ਚੁਆਇਸ ਜਿਹੜੀ ਆ ਉਹ ਮੋਦੀ ਤੋਂ ਬਾਅਦ ਕੇਜਰੀਵਾਲ ਆ। ਉਹਨੂੰ ਸੈਕੂਲਰ ਦਾ ਦਰਜਾ ਤੁਸੀਂ ਤਾਂ ਬਹੁਤ ਵੱਡੀ ਮਾਨਤਾ ਦੇਤੀ। ਮੈਂ ਬਹੁਤ ਖੁਸ਼ ਹਾਂ ਜੇ ਸੱਚਮੁੱਚ ਹੀ ਉਹ ਪੂਰੀ ਤਰ੍ਹਾਂ ਸੈਕੂਲਰਿਜ਼ਮ ਭਾਰਤ ਵਿੱਚ ਲਾਗੂ ਕਰ ਸਕਦੇ ਹੋਣ ਤਾਂ। ਤੇ ਦੂਜੀ ਗੱਲ ਜਿਹੜੀ ਤੁਸੀਂ ਨਾਲ ਹੀ ਛੋਈ ਆ ਕਿ ਕੱਲੀ ਦਿੱਲੀ ਵਿੱਚ ਇਦਾਂ ਕਰਨ ਨਾਲ ਕੁਝ ਨਹੀਂ ਹੁੰਦਾ, ਉਹਨਾਂ ਨੂੰ ਚਾਹੀਦਾ ਰਾਜਸਥਾਨ ਜਾਂ ਦੂਜੇ ਥਾਵਾਂ ਤੇ ਵੀ ਉਹ ਚੀਜ਼ ਲੈ ਕੇ ਜਾਣਾ। ਉਹ ਕਿਉਂ ਲੈ ਕੇ ਜਾਣਗੇ? ਉਹਨਾਂ ਦਾ ਮੋਟਿਵ ਜਿਹੜਾ ਆ ਕੋਈ ਸਮਾਜ ਸੁਧਾਰਕ ਜਾਂ ਉਹ ਕਿਤੇ ਉਹ ਨਹੀਂ ਗੇ ਕੋਈ ਭਗਤ ਪੂਰਨ ਸਿੰਘ ਜਾਂ ਮਦਰ ਟਰੇਸਾ ਵੀ ਉਹ ਚੈਰਿਟੀ ਕਰਦੇ ਫਿਰਦੇ ਆ। ਉਹ ਤਾਂ ਸਿਆਸਤ ਕਰ ਰਹੇ ਆ ਤੇ ਸੱਤਾ ਤੇ ਕਾਬਜ ਹੋਣ ਦੀ ਲੜਾਈ ਲੜ ਰਹੇ ਆ। ਉਹ ਆਪਣੀ ਹਾਂ, ਤੇ ਫਿਰ ਕਿਵੇਂ ਉਹ ਕਿਉਂ ਦੂਜਿਆਂ ਨੂੰ ਇਦਾਂ ਕਿਉਂ ਕਰਨਗੇ? ਉਹ ਕਹਿਣਗੇ ਹਾਂ ਸਾਡੀ ਸੱਤਾ ਦੇ ਦਾਇਰੇ 'ਚ ਆ ਜਾਓ, ਫਿਰ ਅਸੀਂ ਤੁਹਾਨੂੰ ਉਸ ਤਰ੍ਹਾਂ ਦੇ ਬਣਾ ਦਿਆਂਗੇ ਜਿੱਦਾਂ ਅਸੀਂ ਕੀਤਾ। ਤੁਹਾਨੂੰ ਯਾਦ ਆ ਗੁਜਰਾਤ ਮਾਡਲ ਵੇਚ ਕੇ ਮੋਦੀ ਸਾਹਿਬ ਸੱਤਾ 'ਚ ਆਏ, ਤੇ ਹੁਣ ਦਿੱਲੀ ਮਾਡਲ ਵੇਚਣ ਦੇ ਪੂਰਾ ਜ਼ੋਰ ਕੇਜਰੀਵਾਲ ਨਹੀਂ ਲਾ ਰਿਹਾ। ਉਸ ਮਾਡਲ ਦੇ ਉੱਤੇ ਜੇ ਲੋਕਾਂ ਨੂੰ, ਬਹੁਤ ਸਾਰੇ ਸਕਾਲਰਸ ਨੂੰ ਬਹੁਤ ਸਾਰੇ ਸ਼ੰਕੇ ਆ, ਬਹੁਤ ਸਾਰੇ ਕਿੰਤੂ ਪਰੰਤੂ ਆ ਕਿ ਜੋ ਕਿਹਾ ਜਾ ਰਿਹਾ ਹਕੀਕਤ 'ਚ ਉਹ ਨਹੀਂ ਆ। ਤੁਸੀਂ ਵੀ ਕਹਿ ਰਹੇ ਹੋ ਕਿ ਉੱਥੇ ਕੁਝ ਇੱਕ ਅਮੀਰ ਲੋਕਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਫੈਸਿਲਿਟੀ ਮਿਲੀ ਆ, ਪਰ ਜਿਹੜਾ ਦੱਸਿਆ ਜਾ ਰਿਹਾ ਉਹ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਅਮੀਰ ਘਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਵਾਲੇ, ਉਹ ਛੱਡ ਛਡਾ ਕੇ 20 ਲੱਖ ਦੇ ਕਰੀਬ ਬੱਚਾ
ਸਰਕਾਰੀ ਸਕੂਲਾਂ 'ਚ ਪੜ੍ਹ ਰਿਹਾ ਤੇ ਉੱਥੇ ਉਹਨਾਂ ਨੂੰ ਜੋ ਕੁਝ ਪੜ੍ਹਾਇਆ ਜਾ ਰਿਹਾ, ਜਿੱਦਾਂ ਹੈਪੀਨੈਸ ਪੀਰੀਅਡ ਹੈ, ਜਾਂ ਆਪਾਂ ਨਿੱਕੇ ਹੁੰਦੇ ਆ ਯਾਦ ਹੈ ਤੁਹਾਨੂੰ ਸੈਚਰਡੇ ਬਾਲ ਸਭਾਵਾਂ ਲੱਗਦੀਆਂ ਹੁੰਦੀਆਂ ਸੀ ਸਕੂਲਾਂ 'ਚ, ਉਹ ਸਾਰੇ ਸਿਸਟਮ ਤਬਾਹ ਹੋ ਗਏ ਕਿਤੇ ਨਾ ਕਿਤੇ। ਜਿਹੜੀ ਇਹ ਦੌੜ ਇੰਨੀ ਦੌੜ ਆਰਥਿਕਤਾ ਦੀ ਲੱਗ ਗਈ, ਉਹਦੇ ਵਿੱਚ ਨਾ ਸਾਡਾ ਸੱਭਿਆਚਾਰ ਬਚਿਆ, ਨਾ ਬੋਲੀ ਬਚੀ, ਨਾ ਹਾਸਿਆਂ ਠੱਠਿਆਂ ਲਈ ਸਮਾਂ ਬਚਿਆ, ਨਾ ਬੱਚੇ ਦਾ ਜਿਹੜਾ ਸਰਬ ਵਿਆਪੀ ਵਿਕਾਸ ਹੋਣਾ ਹੁੰਦਾ ਉਹਦੇ ਲਈ ਕੋਈ ਥਾਂ ਬਚੀ। ਸਿਰਫ ਇਹ ਹੋਇਆ ਕਿ ਸਕੂਲੇ ਗਿਆ ਬਸਤਾ ਚੁੱਕ ਕੇ, ਵਾਪਸ ਆਇਆ ਟਿਊਸ਼ਨ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ। ਤੁਸੀਂ ਭਾਰਤ ਦੇ ਕਿਸੇ ਸ਼ਹਿਰ ਕਸਬੇ 'ਚ ਚਲੇ ਜਾਓ, ਤੁਹਾਨੂੰ ਰਾਤ ਦੇ 11-12 ਵਜੇ ਤੱਕ ਨਿਆਣੇ ਪਿੱਠੂ ਬੈਗ ਪਾ ਕੇ ਜਾਂ ਤੇ ਆਈਟਸ ਵਾਲੇ ਪਾਸੇ ਦੌੜਦੇ ਦਿਖਦੇ ਆ, ਜਾਂ ਟਿਊਸ਼ਨ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ। ਮਤਲਬ ਹਾਲਾਤ ਇਹ ਬਣ ਗਏ ਕਿ ਨਾ ਉਹ ਬੱਚਿਆਂ ਦੇ ਵਿਕਾਸ ਲਈ ਅਧਿਆਪਕਾਂ ਕੋ ਸਮਾਂ ਰਿਹਾ, ਨਾ ਮਾਪਿਆਂ ਕੋ ਰਿਹਾ, ਨਾ ਬੱਚਿਆਂ ਦਾ ਸਰਬ ਪੱਖੀ ਜਿਹੜਾ ਵਿਕਾਸ ਆ ਉਹ ਹੋ ਸਕਿਆ ਜਿਹੜਾ ਸਾਡੇ ਵੇਲਿਆਂ 'ਚ ਸੰਭਵ ਸੀ। ਹੁਣ ਇੰਨਾ ਟਾਈਟ ਹੋ ਗਿਆ, ਇੰਨੀ ਵੱਡੀ ਰੇਸ ਲੱਗ ਗਈ, ਇਹਨਾਂ ਦੀ ਦੌੜ ਲੱਗ ਗਈ ਆਰਥਿਕਤਾ ਦੀ, ਕਿ ਬੱਚੇ ਦੇ ਜੰਮਦੇ ਦੇ ਦਿਮਾਗ 'ਚ ਪਾ ਦਿੱਤਾ ਜਾਂਦਾ ਕਿ ਮੈਂ ਇੰਨਾ ਪੈਸਾ ਬਣਾਉਣਾ ਆ। ਮਤਲਬ ਹਰ ਬੰਦਾ ਮਨੀ ਮਾਈਂਡਡ ਹੋ ਗਿਆ, ਬਾਕੀ ਚੀਜ਼ਾਂ ਸਾਰੀਆਂ ਪਿੱਛੇ ਛੁੱਟ ਗਈਆਂ। ਉਹ ਮਟੀਰੀਅਲ ਬਿਲਕੁਲ ਤੁਸੀਂ ਠੀਕ ਕਿਹਾ, ਮਟੀਰੀਅਲਿਜ਼ਮ ਦਾ ਜਿਹੜੀ ਦੌੜ ਆ ਉਹ ਇਸ ਤਰ੍ਹਾਂ ਹੀ ਹੋਣੀ ਸੀ। ਇਸ ਵੇਲੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਇਸ ਕਾਲਜ ਵਿੱਚ ਮੈਂ ਬੋਲ ਕੇ ਵੀ ਆਇਆ ਸੀ, ਸਾਰੇ ਹਿੰਦੁਸਤਾਨ 'ਚ ਵੱਡਿਆਂ ਕਾਲਜਾਂ 'ਚ ਆਉਂਦਾ, ਸੇਂਟ ਸਟੀਫਨ ਕਾਲਜ ਦਿੱਲੀ। ਉਹਦੀ ਮਿਨੀਮਮ ਫੀਸ ਜਿਹੜੀ ਹੈਗੀ ਉਹ 5000 ਰੁਪਇਆ ਹੈਗੀ ਹੈ ਇੱਕ ਮਹੀਨੇ ਦੀ, ਉਹਨਾਂ ਸਮਿਆਂ ਦੇ ਵਿੱਚ ਜਦੋਂ ਦੀ ਮੈਂ ਗੱਲ ਕਰਦਾ, ਕੋਈ 8 ਕੁ ਸਾਲ ਪਹਿਲਾਂ। ਤਾਂ ਹੁਣ ਤਾਂ ਮੇਰਾ ਖਿਆਲ ਹੈ ਉਹ 10,000 ਤੱਕ ਹੋਈ ਹੀ ਹੋਣੀ ਹੈ। ਮੇਰਾ ਮਤਲਬ ਕਹਿਣ ਦਾ ਇਹ ਕਿ ਇਹ ਗੱਲ ਠੀਕ ਹੈ ਤੁਹਾਡੀ ਕਿ ਇਹ ਜਿਹੜਾ ਸਿਲਸਿਲਾ ਇਹਦੇ ਵਿੱਚ ਸਾਰੀ ਦੀ ਸਾਰੀ ਪੋਲੀਟੀਕਲ ਗੇਮ ਖੇਡੀ ਜਾ ਰਹੀ ਆ, ਅਦਰਵਾਈਜ਼ ਤਰੱਕੀ ਕੋਈ ਨਹੀਂ ਹੋਈ, ਉਹ ਉੱਥੇ ਦਾ ਉੱਥੇ ਹੀ ਖੜਾ। ਪਰ ਮੈਂ ਤਾਂ ਵੀ ਕਹੂੰਗਾ ਕਿ ਜਿਹੜੀ ਇਹ ਬਹੁਤ ਸੋਹਣੀ ਪੀਲੇ ਰੰਗ ਦੀ ਗਾਸਵੇਲ ਦਾ, ਤੁਹਾਨੂੰ ਪਤਾ ਹੋਣਾ ਆਪਾਂ ਸਾਰੇ ਪਿੰਡਾਂ ਦੇ ਵਿੱਚ ਗਾਸਵੇਲ ਹੁੰਦੀ ਸੀ, ਉਹਦੀਆਂ ਜੜ੍ਹਾਂ ਨਹੀਂ ਹੁੰਦੀਆਂ ਸੀ, ਉਹ ਆਪੇ ਹੀ ਚੜੀ ਹੁੰਦੀ ਸੀ ਬੇਰੀਆਂ ਦੇ ਉੱਤੇ। ਤੇ ਇਹ ਗਾਸਵੇਲ ਬੜੀ ਸੋਹਣੀ ਮੈਨੂੰ ਲੱਗਦੀ ਹੈ। ਜੇ ਇਹ ਜੜ੍ਹਾਂ ਭਾਵੇਂ ਇਹ ਕਾਂਗਰਸ ਵੱਲ ਲਾ ਲੈ ਤੇ ਭਾਵੇਂ ਲਾ ਦੇਵੇ ਬੀਜੇਪੀ ਦੇ ਨਾਲ, ਜੇ ਜੜ੍ਹਾਂ ਨਹੀਂ ਲਾਉਂਦਾ ਤੇ ਉਹਨਾਂ ਚਿਰ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਰਾਜ ਨਹੀਂ ਕਰ ਸਕਦੇ। ਪਰ ਮੈਨੂੰ ਇਹ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਵੱਡੀ ਇੱਕ ਡਰਥ ਜਾਂ ਇੱਕ ਖਲਾਅ ਪੈਦਾ ਲੀਡਰਸ਼ਿਪ ਦਾ, ਉਹ ਕਾਂਗਰਸ ਦੇ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਇਆ। ਇਹ ਲੀਡਰਸ਼ਿਪ ਜਿਹੜੀ ਆ ਆਰਥੋਡਾਕਸੀ ਦੀ ਤੇ ਥਿਓਕ੍ਰੈਟਿਕ ਸਟੇਟ ਦੀ, ਇਹ ਲੀਡਰਸ਼ਿਪ ਬੀਜੇਪੀ ਦੇ ਵਿੱਚ ਹੈਗੀ ਆ। ਜੇ ਹੋ ਸਕਦਾ ਮੁੜ ਕੇ ਫੇਰ ਮੋਰਚਾ ਮਾਰ ਦੇਣ। ਪਰ ਬੀਜੇਪੀ ਦੂਜੇ ਪਾਸੇ ਜੇ ਆਮ ਆਦਮੀ ਪਾਰਟੀ ਦੇ ਦੇਖੀਏ ਤੇ ਇੱਕ ਦੋ ਬੰਦੇ ਨੂੰ ਛੱਡ ਕੇ ਉਹਦੇ ਆਪਣੇ ਕੇਜਰੀਵਾਲ ਦੇ ਬਰਾਬਰ ਦੀ ਸੱਤਿਆ ਦਾ ਕੋਈ ਬੰਦਾ ਨਹੀਂ ਹੋ। ਅੱਛਾ ਆਪਣੀ ਪਾਰਟੀ 'ਚ ਮੈਂ ਕਿਹਾ ਹਾਂ, ਨਹੀਂ ਡਾਕਟਰ ਸਾਹਿਬ ਉਹਨਾਂ ਰਹਿਣ ਨਹੀਂ ਦਿੱਤਾ। ਬਹੁਤ ਸਾਰੇ ਲੋਕ ਉਸ ਪਾਰਟੀ ਨਾਲ ਜੁੜੇ, ਭਾਵੁਕਤਾਵਸ ਵੀ ਜੁੜੇ, ਤੇ ਜਿਹੜੇ ਲੋਕ ਕਾਂਗਰਸ ਨੂੰ ਦੇਖ ਰਹੇ ਸੀ ਕਿ ਉਹਨੇ ਕੁਝ ਨਹੀਂ ਸਾਡਾ ਕੀਤਾ, ਲੰਬੇ ਸਮੇਂ ਤੋਂ ਉਹਨੇ ਇੱਕ ਸਿਆਸਤ ਹੀ ਖੇਡੀ ਆ, ਤੇ ਬਹੁਤ ਸਾਰੇ ਬੁੱਧੀਜੀਵੀ ਵਰਗ ਦੇ ਲੋਕ, ਫਿਲਮ ਇੰਡਸਟਰੀ 'ਚੋਂ ਲੋਕ, ਬਹੁਤ ਅੱਛੇ ਲੋਕ ਉਹਨਾਂ ਨਾਲ ਗਏ। ਜੇ ਆਪਾਂ ਹੁਣ ਨਾਂ ਲੈ ਕੇ ਗਿਣਨੇ ਸ਼ੁਰੂ ਕਰ ਦਈਏ ਤੇ ਇੱਕ ਲੰਬੀ ਚੇਨ ਆ, ਜਿਹੜੇ ਲੋਕ ਆਏ ਤੇ ਗਏ ਜਾਂ ਉਹਨਾਂ ਨੂੰ ਪਿੱਛੇ ਧੱਕ ਦਿੱਤਾ ਗਿਆ। ਤੁਸੀਂ ਹੁਣ ਹੀ ਦੇਖੋ, ਮੈਨੂੰ ਉਹਨਾਂ ਦੇ ਮਾਡਲ ਦੀ ਅਜੇ ਤੱਕ ਸਮਝ ਨਹੀਂ ਆਈ। ਮੈਂ ਉਹਨਾਂ ਦਾ ਕ੍ਰਿਟਿਕ ਨਹੀਂ ਆ, ਮੈਨੂੰ ਲੱਗਦਾ ਹੈ ਕਿ ਬਦਲ ਹੋਣਾ ਜ਼ਰੂਰੀ ਆ। ਬੀਜੇਪੀ ਤੋਂ ਤੇ ਕਾਂਗਰਸ ਦੋਨਾਂ ਹੀ ਵੱਡੀਆਂ ਪਾਰਟੀਆਂ ਤੋਂ ਬਦਲ ਜਿੰਨਾ ਚਿਰ ਕੋਈ ਤੀਜਾ ਨਹੀਂ ਆਉਂਦਾ, ਉਹਨਾਂ ਚਿਰ ਸਾਡੀ ਦਸ਼ਾ 'ਚ ਕੋਈ ਬਹੁਤਾ ਸੁਧਾਰ ਨਹੀਂ ਹੋ ਸਕਦਾ। ਮੈਂ ਬਿਲਕੁਲ ਉਹਨਾਂ ਦਾ ਕ੍ਰਿਟਿਕ ਨਹੀਂ ਆ, ਪਰ ਮੈਂ ਕਿਤੇ ਵੇਖਦਾ ਆ, ਤੁਸੀਂ ਪੰਜਾਬ 'ਚ ਦੇਖੋ 92 MLA ਚੁਣ ਕੇ ਭੇਜੇ, ਉਹਦੇ ਵਿੱਚੋਂ 50 ਤੋਂ ਵੱਧ ਇਹੋ ਜਿਹੇ ਲੋਕ ਆ ਜਿਹੜੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਔਰ ਬੜੇ ਵਧੀਆ ਆਪਣੇ ਫੀਲਡ ਦੇ ਮਾਸਟਰ ਐਕਸਪਰਟ ਨੇ। ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਇੱਕ ਵਾਰੀ ਝਾਤ ਮਾਰ ਕੇ ਵੇਖੋ ਮਿਨਿਸਟਰੀ ਤੇ, ਜ਼ਿਆਦਾਤਰ ਵਿਅਕਤੀ ਤੁਹਾਨੂੰ ਮਿਲਣਗੇ 10ਵੀਂ ਪਾਸ, ਉਹਨਾਂ 'ਚੋਂ ਇੱਕਾ ਦੁੱਕਾ ਨੂੰ ਛੱਡ ਕੇ। ਕਾਰਨ ਕੀ ਆ? ਜਿਹੜਾ ਇੰਟੈਲੈਕਟ ਆ ਉਹਨੂੰ ਅੱਗੇ ਕਿਉਂ ਨਹੀਂ ਆਉਣ ਦਿੱਤਾ ਜਾਂਦਾ? ਕੀ ਕਾਰਨ ਆ ਕਿ ਕੇਜਰੀਵਾਲ ਨਹੀਂ ਇੱਦਾਂ ਕਰਦੇ ਆ ਕਿ ਜਿਹੜਾ ਬੰਦਾ ਮਾੜੀ ਜੀ ਸਿਰੀ ਚੁੱਕਣ ਲੱਗਦਾ ਉਹਨੂੰ ਛਾਂਗ ਦਿੰਦੇ ਆ? ਤੁਸੀਂ ਆਪਣੇ ਸ਼ਸ਼ੀ ਭੂਸ਼ਣ ਨੂੰ, ਦੂਜੇ ਭਾਰਤ ਭੂਸ਼ਣ ਜਿਹੜੇ ਨੇ, ਉਹਨਾਂ ਦੀ ਗੱਲ ਕਰ ਲਓ। ਕਿੰਨੇ ਲੋਕ ਆਪਣੀਆਂ ਵਧੀਆ ਜੌਬਾਂ ਛੱਡ ਕੇ ਉੱਥੇ ਆਏ ਸੀਗੇ। ਮੀਡੀਆ 'ਚੋਂ ਬਹੁਤ ਸਾਰੇ ਲੋਕ ਆਏ ਸੀਗੇ। ਧਰਮਵੀਰ ਗਾਂਧੀ ਵਰਗੇ ਵਿਅਕਤੀ ਪੰਜਾਬ 'ਚੋਂ, ਸਮੇਲ ਸਿੰਘ, ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ, ਕਿੰਨੇ ਕੁ ਬੰਦਿਆਂ ਦੇ ਨਾਂ ਆਪਾਂ ਗਿਣਾਈਏ। ਸਾਰੇ ਲੋਕ ਹੌਲੀ ਉਹਨਾਂ ਤੋਂ ਕਿਨਾਰਾ ਕਰ ਗਏ। ਕੀ ਵਜ੍ਹਾ ਕੀ ਆ ਕਿ ਉਹ ਇੰਟੈਲੈਕਚੁਅਲ ਬੰਦਿਆਂ ਨੂੰ ਉੱਥੇ ਸਪੇਸ ਨਹੀਂ ਹੈਗੀ ਉਹਨਾਂ ਵਾਸਤੇ? ਕੀ ਕਾਰਨ ਹੈ?
ਕਿਹੋ ਜੀ ਪੋਲਿਟਿਕਸ ਹੈ? ਇਟਸ ਵੈਰੀ ਕੰਪਲੈਕਸ ਹਰਜੀਤ ਸਿੰਘ ਜੀ, ਬੜਾ ਕੰਪਲੈਕਸ ਸਵਾਲ ਆ। ਉਹ ਇਹ ਆ ਕਿ ਜਿੱਥੇ ਖਾਸ ਕਰਕੇ ਥਰਡ ਵਰਲਡ ਕੰਟਰੀਜ਼ ਜਾਂ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਜਿਹੜਾ ਕੁਝ ਹੋ ਰਿਹਾ, ਇਹ ਅਸੀਂ ਤਾਂ ਇਸ ਪੱਧਰ ਤੇ ਦੇਖਦੇ ਸਾਰੇ ਹਿੰਦੁਸਤਾਨ ਵਿੱਚ। ਅਫਰੀਕਾ ਦਾ ਜਿਹੜੀ ਹਾਲਤ ਹੈ ਉਹ ਸਾਡੇ ਤੋਂ ਵੀ ਭੈੜੀ ਹੈ ਜੇ ਦੇਖੀਏ। ਉਹਦੀ ਵਜ੍ਹਾ ਇਹ ਆ ਕਿ ਜਿਹੜੀ ਸੱਤਿਆ ਨਾ, ਸੱਤਿਆ ਦੇ ਵਿੱਚ ਦੇਖੋ ਤਿੰਨ ਚੀਜ਼ਾਂ ਬੜੀਆਂ ਗੌਰ ਨਾਲ ਇਹ ਸਮਝਣ ਵਾਲੀਆਂ, ਤਾਂ ਮੇਰਾ ਖਿਆਲ ਹੈ ਤੇ ਤੁਹਾਡੇ ਮੈਂ ਕਮੈਂਟਸ ਮਾਰ ਚਾਹੁੰਦਾ। ਜਿਹੜੀ ਥਿਓਕ੍ਰੈਟਿਕ ਸਟੇਟ ਜਾਂ ਡਿਕਟੇਟਰਸ਼ਿਪ ਕਹਿ ਲਓ, ਉਹ ਤਿੰਨ ਚੀਜ਼ਾਂ ਪੱਕੀਆਂ ਕਰੂਗੀ। ਇੱਕ ਤਾਂ ਇਹ ਕਿ ਉਹਨੂੰ ਪੜ੍ਹੇ ਲਿਖੇ ਇੰਟਲੈਕਚੁਅਲ ਲੋਕ ਨਹੀਂ ਚਾਹੀਦੇ, ਉਹਨੂੰ ਮਾਸ ਮੂਵਮੈਂਟ ਦੇ ਊੜਾ ਆੜਾ ਵਾਲੇ ਚਾਹੀਦੇ। ਸੈਕੰਡ ਕਿ ਪਾਵਰਟੀ ਜਿਹੜੀ ਆ, ਜਿੰਨਾ ਚਿਰ ਪਾਵਰਟੀ ਵੱਧਦੀ ਜਾਊਗੀ ਉਹਨਾਂ ਚਿਰ ਉਹ ਕਾਇਮ ਰਹਿਣਗੇ। ਉਹ ਖੁਸ਼ਹਾਲੀ ਨਹੀਂ ਚਾਹੁੰਦੇ ਕਿ ਮੁਲਕ 'ਚ ਖੁਸ਼ਹਾਲੀ ਹੈ। ਜੇ ਖੁਸ਼ਹਾਲੀ ਆਊ ਤਾਂ ਮਿਡਲ ਕਲਾਸ ਲੋਕ ਪੈਦਾ ਹੋਣਗੇ, ਉਹ ਉਹਨਾਂ ਨੂੰ ਕੁਐਸਚਨ ਕਰਨਗੇ। ਤੀਜੀ ਚੀਜ਼ ਇਹ ਕਿ ਉਹਨਾਂ ਦੀ ਜਿਹੜੀ ਡਿਕਟੇਟਰਸ਼ਿਪ ਆ, ਉਹਨਾਂ ਨੂੰ ਕਾਰਪੋਰੇਟ ਸਿਚੁਏਸ਼ਨਸ ਹੀ ਚਲਾਉਣ ਵਾਲੀਆਂ ਹੁੰਦੀਆਂ ਆਰਗੇਨਾਈਜੇਸ਼ਨ ਜੀ। ਕਾਰਪੋਰੇਟਸ ਜਿਹੜੀਆਂ ਆਪਣੀ ਲੁੱਟ ਕਰਦੇ ਨਾ, ਇਸ ਵੇਲੇ ਹਿੰਦੁਸਤਾਨ ਕਾਰਪੋਰੇਟ ਜਿਹੜੀ ਆਰਗੇਨਾਈਜੇਸ਼ਨਸ ਆ, ਇਸ ਕਿਸਮ ਦੇ ਸੰਸਥਾਵਾਂ, ਉਹਨਾਂ ਦੇ ਹੱਥ ਵਿਕਿਆ ਪਿਆ। ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਪਿਸ ਰਿਹਾ ਇੱਕ ਆਮ ਆਦਮੀ। ਆਈ ਡੋਂਟ ਮੀਨ ਆਮ ਆਦਮੀ ਪਾਰਟੀ, ਗਰੀਬ ਲੋਕ ਜਿਹੜੇ। ਜੀ, ਪਰ ਡਾਕਟਰ ਸਾਹਿਬ ਗੱਲ ਤੇ ਫਿਰ ਉੱਥੇ ਆ ਗਈ ਨਾ ਕਿ ਆਪਾਂ ਜਦੋਂ ਕਿਸੇ ਵੀ ਪੋਲੀਟੀਕਲ ਧਿਰ ਨੂੰ ਬਦਲ ਵਜੋਂ ਮਤਲਬ ਚਿਤਵਦੇ ਆ ਆਪਣੇ ਮਨਾਂ 'ਚ, ਤੇ ਸਾਡੇ ਮਨ 'ਚ ਸਿਰਫ ਇੱਕੋ ਹੀ ਗੱਲ ਹੁੰਦੀ ਆ ਕਿ ਇਹ ਲੋਕ ਅਗਰ ਅੱਗੇ ਆ ਜਾਣ ਤੇ ਆਮ ਲੋਕਾਂ ਦਾ, ਜਿਹਨੂੰ ਤੁਸੀਂ ਆਮ ਆਦਮੀ ਕਹਿ ਰਹੇ ਹੋ, ਗਰੀਬ ਆਦਮੀ ਆ ਜਿਹਦੀ ਕਿਤੇ ਸੁਣਵਾਈ ਨਹੀਂ, ਉਹ ਵਿਅਕਤੀ ਵੀ ਥੋੜ੍ਹਾ ਜਿਹਾ ਸੌਖਾ ਸਾਹ ਲੈ ਸਕੂਗਾ। ਉਸ ਬੁਰਸ਼ਾਗਰਦੀ, ਜਿਹੜੀ ਸਿਆਸੀ ਬੁਰਸ਼ਾਗਰਦੀ, ਉਹ ਤੋਂ ਬਚ ਸਕੂਗਾ। ਜਿਹੜੇ ਤਰੀਕੇ ਨਾਲ ਰਾਜ ਭਾਗ ਚਲਾਇਆ ਜਾ ਰਿਹਾ, ਕਾਰਪੋਰੇਟ ਦੇ ਇਸ਼ਾਰੇ ਤੇ ਚਲਾਇਆ ਜਾ ਰਿਹਾ, ਕਾਰਪੋਰੇਟ ਨੂੰ ਲਗਭਗ ਹਿੰਦੁਸਤਾਨ ਸਾਰਾ ਵੇਚਿਆ ਜਾ ਰਿਹਾ। ਔਰ ਕਾਰਪੋਰੇਟ ਵੀ ਓਪਨ ਨਹੀਂ ਕਿ ਕੋਈ ਗਲੋਬਲ ਕਾਰਪੋਰੇਟ ਨੂੰ ਕਰਿਆ ਜਾ ਰਿਹਾ, ਜਿਹਨੂੰ ਕਰੋਨੀ ਕੀ ਕੈਪੀਟਲਿਜ਼ਮ ਕਹਿੰਦੇ ਆ। 2-3 ਟੱਬਰ ਚੁਣ ਲਏ ਗਏ, ਸਾਰਾ ਭਾਰਤ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਅੱਜ ਲੋਕ ਕਹਿੰਦੇ ਆ ਕਿ ਗੁਜਰਾਤ ਦੇ ਜਿਹੜੇ ਇੰਡਸਟਰੀਲਿਸਟ ਆ, ਉਹਨਾਂ 'ਚੋਂ ਅਡਾਨੀ, ਜੇ ਇਕੱਲਾ ਅਡਾਨੀ ਅੱਜ ਭਾਰਤ ਛੱਡ ਕੇ ਦੌੜ ਜਾਵੇ ਤੇ ਹਿੰਦੁਸਤਾਨ ਦੀ ਹਾਲਤ ਸ਼੍ਰੀਲੰਕਾ ਵਰਗੀ ਹੋ ਜੂਗੀ। ਇਕਨੋਮੀ ਸਾਡੀ ਜਿਹੜੀ ਉਹ ਕਲੈਪਸ ਹੋ ਜੂਗੀ। ਇੱਕ ਵਿਅਕਤੀ ਦੇ ਉੱਤੇ ਇੰਨਾ ਜੂਆ ਖੇਡਿਆ ਗਿਆ। ਤੇ ਇਹੋ ਕੁਝ ਪਹਿਲਾਂ ਜਿਹੜਾ ਸੀ, ਉਹ ਜਿਹੜੇ ਹੈਗੇ ਨੇ ਅਬਾਨੀ ਬ੍ਰਦਰਸ, ਉਹਨਾਂ ਨਾਲ ਕਰਦੀ ਰਹੀ ਸਰਕਾਰ। ਇੱਕ ਵਿਅਕਤੀ ਜਿਹਨੇ ਕਦੀ ਸਾਈਕਲ ਵੀ ਨਹੀਂ ਬਣਾਇਆ, ਉਹਨੂੰ ਰਫੇਲ ਜਹਾਜ਼ਾਂ ਦੀ ਇੰਡਸਟਰੀ ਦਾ ਲਾਇਸੈਂਸ ਮਿਲ ਜਾਂਦਾ ਆ, ਕੋਈ ਉਹਦਾ ਤਜਰਬਾ ਨਹੀਂ। ਤੇ ਦੂਜੇ ਪਾਸੇ ਭਾਰਤ ਦੀ ਆਪਣੀ ਐਰੋਸਪੇਸ ਦੇ ਇੰਸਟੀਚਿਊਟ ਹੋਣ, ਉੱਥੋਂ ਦੀ ਇੰਡਸਟਰੀ ਹੋਵੇ ਸਰਕਾਰੀ, ਉਹਨੂੰ ਇਗਨੋਰ ਕਰ ਦਿੱਤਾ ਜਾਂਦਾ ਆ। ਯਾਨੀ ਕਿ ਭਾਰਤ ਨੂੰ ਡਿਫੈਂਸ ਵਿੱਚ ਵੀ ਕੋਈ ਐਸਾ ਫੀਲਡ ਬਾਕੀ ਨਹੀਂ ਬਚਿਆ ਜਿੱਥੇ ਮੋਦੀ ਸਰਕਾਰ ਨੇ ਭਾਰਤ ਨੂੰ ਸੇਲ ਤੇ ਨਹੀਂ ਲਾਇਆ। ਤੇ ਫਿਰ ਇਹ ਤੋਂ ਛੁਟਕਾਰਾ ਪਾਉਣ ਲਈ ਦੂਜਾ ਰਾਹ ਕੀ ਆ ਕਿ ਇਹਦਾ ਬਦਲ ਆਵੇ। ਤੇ ਜੇ ਬਦਲ ਵਾਲੇ ਵਿਅਕਤੀ ਵੀ ਕਾਰਪੋਰੇਟ ਦੀ ਪਸੰਦ ਦੇ ਹੀ ਆ ਜਾਣੇ ਆ, ਤੇ ਫਿਰ ਬਦਲ ਕਿੱਦਾਂ ਆਊਗਾ? ਸ਼ੋਰ, ਯੂ ਆਰ ਵੈਰੀ ਰਾਈਟ। ਇਹ ਸੱਚੀ ਗੱਲ ਹੈ ਕਿ ਤਾਂ ਹੀ ਮੈਂ ਕਹਿ ਰਿਹਾ ਕਿ ਜਿਹੜਾ ਸਾਡਾ ਆਉਣ ਵਾਲਾ ਫਿਊਚਰ ਹੈ, ਉਹ ਇੰਨਾ ਗੰਭੀਰ ਔਰ ਇੰਨਾ ਧੁੰਦਲਾ ਕਿ ਅਸੀਂ ਇਹ ਕਹਿ ਨਹੀਂ ਸਕਦੇ ਕਿ ਆਉਣ ਵਾਲੇ ਵਕਤ ਦੇ ਵਿੱਚ ਕੀ ਹੋਣ ਵਾਲਾ, ਸਵਾਏ ਇਸ ਦੀ ਕਿ ਕੈਓਸ ਔਰ ਰਾਈਟਸ ਜਿਹੜੇ ਜਦੋਂ ਇਹ ਹਾਲਾਤ ਪੈਦਾ ਹੋਣ, ਜਿੱਦਾਂ ਚਾਈਨਾ ਦੇ ਵਿੱਚ ਵੀ ਹੋਇਆ, ਰਸ਼ੀਆ ਦੇ ਵਿੱਚ ਵੀ ਹੋਇਆ, ਤੇ ਜਦੋਂ ਰੈਵੋਲੂਸ਼ਨ 18ਵੀਂ ਸਦੀ ਦੇ ਬਿਗਨਿੰਗ ਦੇ ਵਿੱਚ ਫਰਾਂਸ ਦੇ ਵਿੱਚ ਆਇਆ, ਉਦੋਂ ਵੀ ਇੱਦਾਂ ਹੀ ਹੋਇਆ। ਤੇ ਹਿੰਦੁਸਤਾਨ ਦੇ ਵਿੱਚ ਵੀ ਹੋ ਸਕਦਾ ਆਉਣ ਵਾਲੇ ਬਦਲ ਆਉਣ ਤੋਂ ਪਹਿਲਾਂ ਇੱਕ ਕਿਸਮ ਦੇ ਐਸੇ ਰਾਈਟ ਹੋਣ ਜਿਹੜੇ ਤਬਾਹਕੁਨ ਹੋਣ, ਜਿਹੜੇ ਉਹਨੂੰ ਤਬਾਹ ਵੀ ਕਰ ਸਕਦੇ। ਤਾਂ ਆਉਣ ਵਾਲੇ ਵਕਤ ਦੇ ਵਿੱਚ ਉੱਤੇ ਕੁਛ ਨਾ ਕੁਛ ਚੰਗਾ ਵੀ ਬਣ ਸਕਦਾ। ਦੇਖੋ, ਤਿੰਨ ਚੀਜ਼ਾਂ ਬੜੀਆਂ, ਇੱਕ ਡਿਕਟੇਟਰਸ਼ਿਪ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਬੜੀ ਇੰਪੋਰਟੈਂਟ। ਉਹ ਇਹ ਆ ਕਿ ਤੁਸੀਂ ਤਾਂ ਇੰਜੀਨੀਅਰ ਹੈ, ਤੁਸੀਂ ਮੇਰੇ ਨਾਲੋਂ ਇਹਨੂੰ ਚੰਗੀ ਤਰ੍ਹਾਂ ਸਮਝਦੇ ਹੋ। ਫੋਰਸਿਸ ਦੋ ਕਿਸਮ ਦੀਆਂ, ਇੱਕ ਨੂੰ ਕਹਿੰਦੇ ਸੈਂਟਰੀਫੂਗਲ, ਦੂਜੀ ਨੂੰ ਕਹਿੰਦੇ ਸੈਂਟਰੀਪੀਗਲ। ਸੈਂਟਰੀਪੀਟਲ ਜਿਹੜੀਆਂ ਉਹ ਕਿ ਗਰਾਰੀ ਜਿਹੜੀ ਧੁਰੇ ਨੂੰ ਚਲਾਉਂਦੀ, ਐਮ ਆਈ ਰਾਈਟ? ਸੈਂਟਰੀਫੂਗਲ ਇਹ ਕਿ ਧੁਰੇ ਤੋਂ ਗਰਾਰੀਆਂ ਵੱਲ ਨੂੰ ਤਾਕਤ ਜਾਂਦੀ, ਜਿੱਦਾਂ ਇੱਕ ਗੱਡੀ ਦੀ ਆ, ਕਾਰ ਦੀ ਆ। ਅੱਛਾ, ਜਿਹੜੇ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਹੁੰਦੀ ਆ, ਉਹ ਸਾਰੀ ਦੀ ਸਾਰੀ ਸੈਂਟਰੀਫੂਗਲ ਹੁੰਦੀ ਆ। ਤਾਕਤ ਉਹਦੇ ਕੋਲ ਬੈਠੀ ਆ। ਉਹ ਤਾਕਤ ਜੇ ਉਹ ਚਾਹੇ ਤਾਂ ਗਰਾਰੀਆਂ ਨੂੰ ਦੇ ਸਕਦਾ, ਪਈਆਂ ਨੂੰ ਦੇ ਸਕਦਾ, ਨਹੀਂ ਚਾਹੁੰਦੇ ਤਾਂ ਨਾ ਦੇ। ਇਸ ਲਈ ਉਹਨਾਂ ਦਾ ਕੋਈ ਇਹ ਮਕਸਦ ਨਹੀਂ ਹੈਗਾ ਕਿ ਲੋਕ ਬਚਦੇ ਕਿ ਨਹੀਂ।
ਉਹਨਾਂ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਮਰਦੇ ਮਰਨ ਦਿਓ, ਜੇ 1.3 ਬਿਲੀਅਨ ਦੇ ਵਿੱਚੋਂ ਜੇ ਸਾਡੇ ਕੋਲ 800 ਬਚ ਜਾਣਗੇ ਤਾਂ ਕੋਈ ਗੱਲ ਨਹੀਂ, ਠੀਕ ਹੈ, ਈਵਨ ਲੈਸ ਦੈਨ ਦੈਟ। ਔਰ ਇਹ ਦੁਨੀਆ ਦਾ ਸਾਰੀ ਦਾ ਇਹੋ ਹੀ ਰੈਕੋਰਡ ਹੈ ਜਦੋਂ ਡਿਕਟੇਟਰਸ਼ਿਪ ਹੋ ਗਈ। ਡਾਕਟਰ ਸਾਹਿਬ ਇੱਕ ਤੁਸੀਂ ਇਸ਼ਾਰਾ ਕੀਤਾ, ਮੈਂ ਉੱਤੇ ਥੋੜੀ ਜਿਹੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ। ਜਦੋਂ ਹਾਲਾਤ ਵੱਧ ਤੋਂ ਵੱਧਤਰ ਹੁੰਦੇ ਆ, ਮੇਰੇ ਖਿਆਲ ਇਹ ਪਰਸ਼ੀਅਨ ਦਾ ਇੱਕ ਮੁਹਾਵਰੇ ਵਰਗਾ ਆਪਾਂ ਸ਼ਬਦ ਵਰਤਦੇ ਹੁੰਦੇ ਆ, ਤੰਗ ਆਮਦ ਬਜੰਗ ਆਮਦ। ਜਦੋਂ ਜਨਤਾ ਇੰਨੀ ਕੁ ਤੰਗ ਹੋ ਜਾਂਦੀ ਆ, ਜਾਂ ਆਪਾਂ ਪੰਜਾਬੀ ਵਾਲਾ ਵੀ ਵਰਤੀਏ, ਅੱਤ ਖੁਦਾ ਦਾ ਵੈਰ। ਤੇ ਜਦੋਂ ਧਰਤੀ ਤੇ ਉਹ ਵੀ ਕਹਿੰਦੇ ਆ ਵੀ ਜਦੋਂ ਧਰਤੀ ਤੇ ਨਰਥ ਹੁੰਦਾ ਤੇ ਫਿਰ ਭਗਵਾਨ ਕੋਈ ਰੂਪ ਧਾਰ ਕੇ ਆਉਂਦਾ। ਤੁਸੀਂ ਤੇ ਭਗਵਾਨ 'ਚ ਵਿਸ਼ਵਾਸ ਰੱਖਦੇ ਹੋ, ਮੇਰੇ ਵਰਗੇ ਬਹੁਤੇ ਲੋਕਾਂ ਦਾ ਤੇ ਇਸ ਗੱਲ ਤੇ ਵਿਸ਼ਵਾਸ ਨਹੀਂ ਆ ਕਿ ਕ੍ਰਿਸ਼ਨ ਭਗਵਾਨ ਚੱਕਰ ਲੈ ਕੇ ਆ ਜਾਣਗੇ ਤੇ ਸਾਨੂੰ ਉੱਤੋਂ ਛੁਟਕਾਰਾ ਪਾ ਦੇਣਗੇ। ਲੋਕੀ ਤੇ ਭਗਤ ਸਿੰਘ ਨੂੰ ਆਵਾਜ਼ਾਂ ਮਾਰੀ ਜਾਂਦੇ, ਉਧਮ ਸਿੰਘ ਨੂੰ ਆਵਾਜ਼ਾਂ ਮਾਰੀ ਜੇ ਆ ਜਾ ਵੀਰ ਆਵੇ, ਬੜਾ ਔਖੇ ਹੀ ਅਸੀਂ, ਤੇ ਆਵੇ ਕਿੱਥੋਂ? ਅਸੀਂ ਆਪ ਤੇ ਕੁਝ ਕਰਨਾ ਨਹੀਂ ਚਾਹੁੰਦੇ ਤੇ ਆਵਾਜ਼ਾਂ ਮਾਰਦੇ, ਕਦੀ ਬਾਬੇ ਨਾਨਕ ਨੂੰ, ਹਨਾ। ਜਮਲਾ ਜੱਟ ਵੀ ਗਾਣਾ ਗਾਉਂਦਾ ਗਾਉਂਦਾ ਚਲਾ ਗਿਆ ਵੀ ਧਰਤੀ ਤੇ ਤੇਰੀ ਬੜੀ ਲੋੜ ਆ, ਵਾਪਸ ਆ ਜਾ। ਗੁਰੂ ਗੋਬਿੰਦ ਸਿੰਘ ਨੂੰ ਆਵਾਜ਼ਾਂ ਮਾਰਦਾ, ਬਾਬੇ ਨਾਨਕ ਨੂੰ ਆਵਾਜ਼ਾਂ ਮਾਰਦਾ। ਤੇ ਅਸੀਂ ਵੀ ਕਦੀ ਭਗਤ ਸਿੰਘ ਨੂੰ ਆਵਾਜ਼ਾਂ ਮਾਰਦੇ ਹਾਂ ਤੇ ਕਦੀ ਕਿਸੇ ਹੋਰ ਪੈਗੰਬਰ ਨੂੰ। ਤੇ ਸਾਨੂੰ ਪੜ੍ਹਾਇਆ ਵੀ ਹੈ ਗਿਆ, ਗੀਤਾ 'ਚ ਕਿਹਾ ਗਿਆ ਕਿ ਜਦੋਂ ਧਰਤੀ ਤੇ ਕੋਈ ਅਨਰਥ ਹੁੰਦਾ ਤੇ ਮੈਂ ਫਿਰ ਰੂਪ ਧਾਰ ਕੇ ਕੋਈ ਨਾ ਕੋਈ ਆ ਜਾਂਦਾ। ਲੋਕ ਇਸ ਆਸ ਨਾਲ ਜੀ ਜਾਂਦੇ ਹੁੰਦੇ ਆ। ਤੇ ਜਦੋਂ ਇਹ ਕੁੰਡਾ ਸਿਰ ਤੋਂ ਲੱਥ ਗਿਆ ਵੀ ਇਦਾਂ ਦਾ ਕੋਈ ਆਉਣ ਵਾਲਾ ਨਹੀਂ, ਕੋਈ ਕ੍ਰਿਸ਼ਨ ਭਗਵਾਨ, ਕੋਈ ਮੁਰਲੀ ਵਾਲਾ ਨਹੀਂ ਆ ਕੇ ਸਾਨੂੰ ਬਚਾਉਣ ਲੱਗਾ, ਸਾਨੂੰ ਆਪ ਹੀ ਉੱਠਣਾ ਪੈਣਾ। ਗੱਲ ਸੁਣੋ, ਇੱਕ ਗੱਲ ਮੈਂ ਤੁਹਾਡੀ ਸਮਝ ਗਿਆ, ਉਹ ਇਹ ਆ ਕਿ ਜਿਹੜਾ ਮੁਰਲੀਆਂ ਵਾਲਿਆਂ ਨੇ ਤੇ ਜਾਂ ਤੁਸੀਂ ਕਹਿ ਲਓ ਕਿਸੇ ਰਿਲੀਜੀਅਸ ਲੀਡਰ ਦੀ ਗੱਲ ਨਹੀਂ, ਜਿੰਨਾ ਚਿਰ ਤੁਹਾਡੀ ਆਪਣੀ ਤਾਕਤ ਆਪਣੀ ਸੱਤਿਆ ਕੰਮ ਨਹੀਂ ਕਰਦੀ ਜੀ, ਉਹ ਵੀ ਕੁਛ ਨਹੀਂ ਕਰ ਸਕਦੇ। ਮੈਂ ਇੱਕ ਵਾਰੀ ਇਸ ਤਰ੍ਹਾਂ ਵੀ ਕਿਹਾ ਸੀ ਕਿ ਅੱਜ ਜੇ ਅਸਮਾਨ ਤੋਂ ਕੋਈ ਐਂਜਲਸ ਵੀ ਲਿਆ ਕੇ ਖੜਾ ਕਰ ਦੋ ਕਿ ਹਿੰਦੁਸਤਾਨ ਨੂੰ ਚਲਾਓ, ਉਹ ਨਹੀਂ ਚਲਾ ਸਕੇਗਾ ਜਿੰਨਾ ਚਿਰ ਲੋਕਾਂ ਦਾ। ਅਸਲ 'ਚ ਗੁਲਾਮੀ ਦਾ ਸਭ ਤੋਂ ਵੱਡਾ ਸਬਬ ਹੁੰਦਾ ਇੱਕ, ਉਹ ਇਹ ਹੈ ਕਿ ਗੁਲਾਮੀ ਦੇ ਵਿੱਚ ਜਿਹੜੀਆਂ ਸਾਡੀਆਂ ਤੁਸੀਂ ਕਹਿ ਲਓ ਆਰਥਿਕ ਹਾਲਾਤ ਤਾਂ ਬਦਲ ਜਾਂਦੇ, ਪਰ ਗੁਲਾਮੀ ਜਿਹੜੀ ਹੈ ਸਾਡੀ ਜਿਹੜੀ ਅੰਦਰ ਦੀ ਜਿਹੜੀ ਤਾਕਤ ਹੈ ਉਹ ਖਤਮ ਕਰ ਦਿੰਦਾ। ਉਹਦੇ ਵਿੱਚ ਹਰ ਬੰਦਾ ਆਪਣੇ ਆਪ ਲਈ ਜੀਂਦਾ। ਔਰ ਹਿੰਦੁਸਤਾਨ ਦੇ ਵਿੱਚ ਪੰਜਾਬ 'ਚ ਲਾ ਲਓ, ਬਾਕੀ ਸਰ ਉਸ 'ਚ ਇਹ ਕਿ ਆਪਣੀ ਲੁੱਟ ਲਈ ਹਰ ਇੱਕ ਬੰਦਾ ਜੀ ਰਿਹਾ। ਉਹ ਕੋਈ ਦੇਸ਼ ਦੂਸ਼ ਦੀ ਗੱਲ ਨਹੀਂ, ਐਵੇਂ ਉਹ ਕਹਾਣੀਆਂ ਹੀ ਆ। ਦੇਸ਼ ਦੂਸ਼ ਦਾ ਕੋਈ ਪਤਾ ਨਹੀਂ। ਉਹਨਾਂ ਦਿਮਾਗ ਦੇ ਵਿੱਚ ਇਹ ਆ ਕਿ ਇਸ ਵੇਲੇ ਦਾਲ ਲੱਗਾ, ਲੁੱਟ ਲਓ ਜਿੰਨਾ ਕੁ ਲੁੱਟਿਆ ਜਾ ਸਕਦਾ। ਔਰ ਉਹ ਇੱਕ ਮੌਤ, ਬਰਬਾਦੀ ਤੇ ਡਿਸਟਰਕਸ਼ਨ ਦੀ ਤਰਫ ਨੂੰ ਅਸੀਂ ਜਾ ਰਹੇ ਹਾਂ। ਬਿਲਕੁਲ। ਪਰ ਡਾਕਟਰ ਸਾਹਿਬ, ਜਿਹੜੀ ਆਪਾਂ ਦੂਜਾ ਪੱਖ ਇਹਦਾ ਲੈ ਰਹੇ ਹਾਂ ਕਿ ਜਦੋਂ ਦੁਨੀਆ ਦੇ ਉੱਤੇ ਮਤਲਬ ਅੱਤ ਹੁੰਦੀ ਆ ਕਿਸੇ ਚੀਜ਼ ਦੀ ਤੇ ਲੋਕ ਖੜੇ ਹੁੰਦੇ ਆ, ਕੀ ਭਾਰਤ ਦੇ ਲੋਕ ਮੂਲੋਂ ਹੀ ਹੁਣ ਉਸ ਪਾਸੇ ਨੂੰ ਸੋਚ ਨਹੀਂ ਰਹੇ ਕਿ ਉਹਨਾਂ ਦੀ ਸਹਿਣਸ਼ੀਲਤਾ ਇੰਨੀ ਵੱਧ ਗਈ ਕਿ ਜੋ ਮਰਜ਼ੀ ਹੋ ਜਾਏ ਅਸੀਂ ਸਹੀ ਜਾਣਾ ਆ? ਪਾਸ਼ ਦੀ ਨਜ਼ਮ ਦੀਆਂ ਉਹ ਲੈਣਾ ਯਾਦ ਆਉਂਦੀਆਂ ਨੇ, ਨਾ ਹੋਣਾ ਤੜਫਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਕੰਮ ਤੇ ਜਾਣਾ ਤੇ ਕੰਮ ਤੋਂ ਘਰ ਆ ਜਾਣਾ, ਬੜਾ ਇਹੀ ਉਹ ਕਹਿੰਦਾ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਤੇ ਸੁਪਨਾ ਹੀ ਕੋਈ ਨਹੀਂ ਰਿਹਾ ਸਾਡਾ। ਮਤਲਬ ਅਸੀਂ ਇਹ ਸਮਝਦੇ ਆ ਕਿ ਕੋਈ ਇਹੀ ਗੱਲ ਨਿਕਲੇਗੀ ਨਾ ਹਰਜੀਤ ਸਿੰਘ ਜੀ, ਇੱਕੋ ਹੀ ਗੱਲ ਨਿਕਲੇਗੀ ਕਿ ਅਲਟੀਮੇਟਲੀ ਕੀ ਹੋਵੇਗਾ ਕਿ ਜੇ ਰੋਟੀ ਹੈ ਨਹੀਂ, ਜੇ ਸਾਡੇ ਕੋਲ ਸਾਧਨ ਹੈ ਨਹੀਂ ਤਾਂ ਅਸੀਂ ਕੀ ਕਰਾਂਗੇ? ਉਹ ਜਿਹੜਾ ਤੁਸੀਂ ਕਿਹਾ ਸੀ ਨਾ ਕਿ ਤੰਗ ਆਇਦ ਬਜੰਗ ਆਇਦ, ਅਲਟੀਮੇਟਲੀ ਜਿਹੜੇ ਰੈਵੋਲੂਸ਼ਨ ਦੁਨੀਆ 'ਚ ਆਏ ਇਸੇ ਤਰ੍ਹਾਂ ਹੀ ਆਏ ਹੈਗੇ ਨਾ। ਔਰ ਉਹ ਹਿੰਦੁਸਤਾਨ ਦੇ ਵਿੱਚ ਅਲਟੀਮੇਟਲੀ ਜੇ ਨਹੀਂ, ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਸਟੇਟਸ ਦੇ ਉੱਤੇ ਉਸ ਪੱਧਰ 'ਤੇ ਸਾਨੂੰ ਕੋਈ ਪਾਰਟੀ ਨਹੀਂ ਨਜ਼ਰ ਆ ਰਹੀ ਜਿਹੜੀ ਹਿੰਦੁਸਤਾਨ ਨੂੰ ਬਚਾ ਸਕੇ ਜਾਂ ਉਸ ਪੱਧਰ 'ਤੇ ਲੈ ਕੇ ਆ ਕੇ ਖੜੀ ਕਰ ਸਕੇ। ਆਉਣ ਵਾਲੇ ਵਕਤ ਦੇ ਵਿੱਚ ਇੰਟਲੈਕਚੁਅਲ ਹਿੰਦੁਸਤਾਨ 'ਚ ਵਿੱਚ ਵੀ ਬੈਠੇ ਆ, ਉਹ ਵੀ ਇਹ ਸੋਚਦੇ ਆ, ਪਰ ਉਹਦੇ 'ਚ ਹਾਲਾਤ ਇਹ ਬਣੀ ਆ। ਮੈਨੂੰ ਇੱਕ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਅਜੇ ਉਹ ਇੱਥੇ ਹੈਗੇ ਆ ਇਸ ਧਰਤੀ ਦੇ ਉੱਤੇ। ਉਹਨਾਂ ਨੂੰ ਜਦੋਂ ਮੈਂ ਕਿਹਾ ਕਿ ਯਾਰ ਮੈਂ ਇਹਦਾ ਟ੍ਰਾਂਸਲੇਸ਼ਨ ਕੀਤਾ ਸਹਿਜੇ ਰੈਚਿਓ ਖਾਲਸਾ ਦਾ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਕੁਛ ਕਰਨ ਵਾਲਾ, ਇੰਨਾ ਕੁਛ ਉਹਦੀ ਰਿਵੀਜ਼ਨ ਕਰਨ ਵਾਲੀ ਹੈ, ਤੇ ਤੁਸੀਂ ਕਿਉਂ ਨਹੀਂ ਕਰਦੇ? ਹੀ ਵਾਜ਼ ਵਾਈਸ ਚਾਂਸਲਰ। ਪਤਾ ਉਹ ਕੀ ਕਹਿੰਦੇ ਮੈਂ ਰਿਟਾਇਰ ਹੋਇਆ IAS ਆਫੀਸਰ, ਮੈਂ ਹੁਣ ਇੱਥੋਂ ਰਿਟਾਇਰ ਹੋ ਕੇ ਹੋ ਸਕਦਾ ਮੈਨੂੰ ਗਵਰਨਰ ਲਾ ਦੇਣ ਕਿਤੇ, ਮੈਂ ਇਸ ਜੱਬ 'ਚ ਕਿਉਂ ਪੈਣਾ? ਨਾ, ਜੇ ਪੜ੍ਹੇ ਲਿਖੇ ਬੰਦੇ ਦਾ ਇਹ ਐਟੀਟਿਊਡ ਹੈ ਤਾਂ ਤੁਸੀਂ ਅੰਦਾਜ਼ਾ ਲਓ ਬਾਕੀਆਂ ਦਾ ਕੀ ਹੋ ਸਕਦਾ। ਨਹੀਂ ਡਾਕਟਰ ਸਾਹਿਬ, ਜਿਹੜਾ ਯੂਨੀਵਰਸਿਟੀ ਦਾ ਚਾਂਸਲਰ ਡਾਕਟਰ ਸਾਹਿਬ ਇਹ ਤੇ ਫਿਰ ਉਹ ਜਿਹੜੀ ਕਰੀਮੀ ਲੇਅਰ ਹੈ ਨਾ, ਉਹਦੀ ਕੁੱਤੇ ਝਾਕ ਆ ਨਾ। ਤੁਸੀਂ VC ਜਿਹੜਾ ਮਰਜ਼ੀ ਵੱਡਾ ਅਹੁਦਾ ਹੋਵੇ, ਜੇ VC ਤੋਂ ਬਾਅਦ ਗਵਰਨਰ ਆ, ਗਵਰਨਰ ਤੋਂ ਬਾਅਦ ਰਾਸ਼ਟਰਪਤੀ, ਕੁੱਤੇ ਝਾਕ ਤੇ ਮੁੱਕਦੀ ਨਹੀਂ ਮਨੁੱਖ ਦੀ। ਆ ਪੈਸੇ ਦੀ ਦੌੜ 'ਚ ਆਪਾਂ ਇੱਥੇ ਨਿੱਕੇ ਲੈਵਲ ਤੋਂ ਹੀ ਵੇਖ ਲਈਏ
ਇੱਕ ਘਰ ਤੋਂ ਬਾਅਦ ਦੂਜਾ ਘਰ, ਦੂਜੇ ਤੋਂ ਬਾਅਦ ਤੀਜਾ ਘਰ, ਜੋ ਕੁਝ ਅਸੀਂ ਇੱਥੇ ਲੋਕ ਕਰ ਰਹੇ ਹਾਂ, ਜਿਹਨੂੰ ਡਾਲਰਾਂ ਦੀ ਦੌੜ, ਇੱਥੇ ਨਾਟਕ ਵੀ ਆਪਾਂ ਖੇਡੇ ਵੇਖੇ ਆ, ਤੇ ਡਾਲਰਾਂ ਦੇ ਕਮਾਉਣ ਦੀ ਅਸੀਂ ਕਿੱਥੋਂ ਤੱਕ ਜਾ ਡਿੱਗਦੇ ਆ, ਕੀ ਕੀ ਕਰਦੇ ਆ, ਨਾ ਸਾਨੂੰ ਆਪਣੀ ਸਿਹਤ ਦਾ ਪਤਾ, ਨਾ ਪਰਿਵਾਰ ਦਾ ਪਤਾ, ਨਾ ਆਉਣ ਵਾਲੇ ਭਵਿੱਖ ਦਾ ਪਤਾ, ਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਕੋਈ ਮਾਰਗਦਰਸ਼ਕ ਅਸੀਂ ਬਣਦੇ ਆ, ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿੰਦੇ ਆ। ਤੇ ਆਪਾਂ 24 ਘੰਟੇ 2-2 3-3 ਸ਼ਿਫਟਾਂ ਜਿੰਨੇ ਜੋਗੇ ਜਿੱਥੇ ਕੋਈ ਬੰਦਾ ਹੈਗਾ ਲਾ ਕੇ ਭੱਜਾ ਫਿਰਦਾ, ਕਿਉਂਕਿ ਇਹ ਜਿਹਨੂੰ ਤੁਸੀਂ ਮਟੀਰੀਅਲਿਜ਼ਮ ਕਹਿ ਰਹੇ ਹੋ, ਮਾਰਕਸ ਨੇ ਤਾਂ ਬੜਾ ਚਿਰ ਪਹਿਲਾਂ ਹੀ ਕਿਤਾਬ ਲਿਖਤੀ ਸੀ ਹਿਸਟੋਰੀਕਲ ਮਟੀਰੀਅਲਿਜ਼ਮ ਦੇ ਉੱਤੇ, ਤੇ ਉਹਦੇ ਤੋਂ ਆਪਾਂ ਜੇ ਕੋਈ ਮਾੜਾ ਮੋਟਾ ਸਬਕ ਲੈ ਲਈਏ ਕਿ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਮਨੁੱਖ ਨੂੰ ਕੁਝ ਨਾ ਕੁਝ ਰਾਹ ਅਪਣਾਉਣੇ ਚਾਹੀਦੇ ਆ, ਸੰਘਰਸ਼ ਆਪਣੀ ਥਾਂ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਰੋਟੀ ਦੀ ਬੁਰਕੀ ਨੂੰ ਤਰਸਦੇ ਆ, ਗਲ ਵੀ ਫਿਰ ਉਹੀ ਪੈਂਦੇ ਆ ਜਿਹੜੇ ਰੋਟੀ ਦੀ ਬੁਰਕੀ ਨੂੰ ਤਰਸਦੇ ਆ। ਕਿਸੇ ਕੁੱਤੇ ਝਾਕ ਵਾਲੇ ਵੀਸੀ ਕੋ ਤੁਸੀਂ ਝਾਕ ਵੀ ਨਹੀਂ ਰੱਖ ਸਕਦੇ ਕਿ ਉਹ ਤੁਹਾਡੇ ਨਾਲ ਆ ਕੇ ਖੜਾ ਹੋਊ, ਲੋਕਾਂ ਦੇ ਹੱਕਾਂ ਲਈ ਤੁਹਾਡੇ ਨਾਲ ਡਟੂਗਾ, ਕਿਉਂਕਿ ਉਹਦੇ ਨਿਸ਼ਾਨੇ ਜ਼ਿੰਦਗੀ ਦੇ ਕੁਝ ਹੋਰ ਹੁੰਦੇ ਆ। ਬਿਲਕੁਲ ਠੀਕ ਆ। ਅਸਲ 'ਚ ਹੁਣ ਟਾਈਮ ਵੀ ਥੋੜਾ ਹੋਣਾ, ਮੈਂ ਦੋ ਇੱਕ ਗੱਲਾਂ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਵੇਲੇ ਦੁਨੀਆ 'ਚ ਸਭ ਤੋਂ ਵੱਡੀ ਤਾਕਤ ਜਿਹੜੀ ਹੈਗੀ ਆ ਸੰਖਿਆ ਦੇ ਲਿਹਾਜ਼ ਦੇ ਨਾਲ, ਦੈਟ ਇਜ਼ ਚਾਈਨਾ, ਸੈਕਿੰਡ ਕਮਸ ਇੰਡੀਆ। ਹੁਣ ਸਾਰੇ ਕੋਈ 45% ਹਿਮਾਲਾ ਦੇ ਉੱਤੇ ਕਬਜ਼ਾ ਕਰ ਲਿਆ ਚੀਨ ਨੇ, ਤੇ ਉਹਨੂੰ ਪਾਰ ਕਰਕੇ ਜਿਹੜਾ ਲੇਹ ਲੱਦਾਖ ਵਗੈਰਾ ਦੇ ਜਿਹੜਾ ਹਿੱਸਾ ਸੀ ਉਹਦੇ ਵਿੱਚ ਵੀ ਉਹਨੇ ਆ ਕੇ ਆਪਣੀ ਮੋਰਚਾਬੰਦੀ ਕਰ ਲਈ। ਉਹਦੀਆਂ ਪ੍ਰੋਬਲਮਸ ਵੀ ਆ। ਇੱਕ ਤਾਂ ਪ੍ਰੋਬਲਮ ਇਹ ਕਿ ਉਹ ਜਾਣਦਾ ਕਿ ਦੁਨੀਆ ਦੇ ਵੱਡੇ ਵੱਡੇ ਹੋ ਸਕਦਾ ਖਜ਼ਾਨੇ ਇਸ ਕਿਸਮ ਦੇ ਜਿਹੜੇ ਹਿਮਾਲਾ ਦੇ ਅੰਦਰ ਪਏ ਆ। ਸੈਕਿੰਡ ਜਿਹੜਾ ਸਭ ਤੋਂ ਵੱਡਾ ਹੇਮਕੁੰਟ ਦੇ ਉੱਤੇ ਜਿਹੜੀ ਝੀਲ ਆ ਸਵੀਟ ਵਾਟਰ ਦੀ, ਜਿਸ 'ਚੋਂ ਸਾਰੇ ਪੰਜਾਬ ਨੂੰ ਵੀ ਦਰਿਆ ਉੱਥੇ ਨਿਕਲ ਕੇ ਪਾਣੀ ਆਉਂਦਾ, ਤਾਂ ਗੰਗਾ ਤੱਕ ਤੇ ਉੱਥੋਂ ਹੀ ਨਿਕਲ ਕੇ ਜਾ ਰਿਹਾ। ਗੋਬਿੰਦ ਸਾਗਰ ਦੀ ਗੱਲ ਕਰ ਰਹੇ ਹੋ? ਹਾਂਜੀ, ਗੋਬਿੰਦ ਸਾਗਰ ਝੀਲ ਜੀ ਨਹੀਂ, ਗੋਬਿੰਦ ਸਾਗਰ ਤੇ ਆਪਣੀ ਝੀਲ ਹੈ ਜਿੱਥੋਂ ਪਾਖੜਾ ਡੈਮ। ਹਾਂ, ਇਹ ਮੈਂ ਹੇਮਕੁੰਟ ਦੇ ਉੱਪਰ ਜਿਹੜੀ ਝੀਲ ਆ, ਠੀਕ ਹੈ, ਉਹਦੀ ਗੱਲ, ਉਹਦੇ ਤੇ ਸਾਰਾ ਕਬਜ਼ਾ ਜਿਹੜਾ ਚੀਨ ਇਹ ਮਹਿਸੂਸ ਕਰ ਰਿਹਾ ਕਿ ਆਉਣ ਵਾਲਾ ਜੰਗ ਜਿਹੜੀ ਆ ਉਹ ਸਾਰੀ ਕਿਸੇ ਚੀਜ਼ ਤੇ ਨਹੀਂ ਹੋਣੀ, ਪਾਣੀ ਤੇ ਹੋਣ ਵਾਲੀ ਹੈ। ਤੇ ਉਹ ਸਾਰੀ ਦੇ ਉੱਤੇ ਉਹਨੇ ਟਿਊਬਾਂ ਸਿੱਟ ਕੇ ਸਾਰਾ ਪਾਣੀ ਦੇ ਉੱਤੇ ਕਬਜ਼ਾ ਕਰ ਲਿਆ ਹੋਇਆ। ਹਿੰਦੁਸਤਾਨ ਦੇ ਉੱਤੇ ਸਾਰੇ ਦਾ ਸਾਰਾ ਇਸ ਧਰਤੀ ਦੇ ਉੱਤੇ ਜਿਹੜੇ ਹਿੰਦੁਸਤਾਨ ਤੋਂ ਪਾਰ ਕਰਕੇ ਜਿਹੜੀ ਤਿੱਬਤ, ਲਦਾਖ ਤੇ ਲੇਹ ਸਪੀਤੀ ਵਗੈਰਾ ਤੇ ਉਹਦਾ ਕਬਜ਼ਾ। ਆਉਣ ਵਾਲੇ ਵਕਤ 'ਚ ਹਿੰਦੁਸਤਾਨ ਦੇ ਲਈ ਕੋਈ ਚਾਂਸ ਨਹੀਂ ਰਹਿ ਸਕਦਾ ਕਿ ਲੋਕਾਂ ਨੂੰ ਡਿਵੀਏਟ ਕਰਨ ਦੇ ਲਈ ਉਹਦੇ ਨਾਲ ਜੰਗ ਛੇੜ ਲੈ। ਤੇ ਜੇ ਜੰਗ ਛੇੜ ਲੈ ਤਾਂ ਇਹ ਮੇਰੀ ਆਪਣੀ ਅਸੈਸਮੈਂਟ ਹੈ, ਮੈਂ ਤੇ ਲਿਖਿਆ ਵੀ ਹੈ, ਜੇ ਜੰਗ ਛੇੜ ਲੈ ਤੇ ਵੈਸਟ ਖਾਸ ਕਰਕੇ US ਕਦੀ ਇਹ ਮਹਿਸੂਸ ਨਹੀਂ ਕਰੇਗੀ ਕਿ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹਿੰਦੁਸਤਾਨ ਜਿਹੜੀ ਹੈ ਉਹ ਚੀਨ ਦੇ ਹੱਥ ਦੇ ਵਿੱਚ ਹੋਵੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਗੰਭੀਰ ਮਸਲਾ ਪੈਦਾ ਹੋਣ ਵਾਲਾ ਹੈਗਾ ਇਸ ਸਿਚੁਏਸ਼ਨ ਦੇ ਵਿੱਚ। ਜੇ ਹਿੰਦੁਸਤਾਨ ਇਹਨੂੰ ਵਾਈਜ਼ਲੀ ਇਸ ਪੱਤੇ ਨੂੰ ਨਾ ਖੇਡੇਗਾ ਤੇ ਆਪਣੀ ਜਿਹੜੀ ਲੁੱਟ ਖਸੁੱਟਿਆਂ ਨੂੰ ਖਤਮ ਕਰਕੇ ਫੋਕਸ ਆਪਣਾ ਵਰਲਡ ਲੈਵਲ ਤੇ ਨਹੀਂ ਦੇਖੇਗਾ ਕਿ ਹਿੰਦੁਸਤਾਨ ਦਾ ਸਰਵਾਈਵਲ ਹੈਗਾ ਕਿ ਨਹੀਂ, ਤੇ ਉਹਨਾਂ ਚਿਰ ਇਹ ਤੁਸੀਂ ਇਹ ਕਹਿ ਲਓ ਕਿ ਅਸੀਂ ਅੱਜ ਵੀ ਖਤਮ ਹੈ ਤੇ ਆਉਣ ਵਾਲੇ ਵਕਤ ਦੇ ਵਿੱਚ ਹੀ ਖਤਮ। ਮੈਂ ਕੋਈ ਐਡਾ ਨੈਗੇਟਿਵ ਨਹੀਂ ਹੈਗਾ, ਪਰ ਇਹ ਹਾਰਡ ਫੈਕਟਸ ਹੈ ਜਿਹੜੇ ਸਾਡੇ ਸਾਹਮਣੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਗੱਲ ਤੇ ਕਹੀ ਸਹੀ, ਪਰ ਸਮਾਂ ਵੀ ਆਪਣਾ ਉਹਨਾਂ ਕਿ ਮੈਂ ਇਹਦੇ ਵਿੱਚ ਥੋੜੀ ਜਿਹੀ ਇਨਪੁਟ ਦੇਣੀ ਚਾਹੁੰਦਾ ਆ। ਦੇਖੋ, ਇੱਕ ਗੱਲ ਤੇ ਆ, ਤੁਸੀਂ ਕਹਿੰਦੇ ਹੋ ਕਿ ਭਾਰਤ ਨੂੰ ਕਦੀ ਨਾ ਕਦੀ ਉਹਦੇ ਮੁਕਾਬਲੇ ਖੜਾ ਹੋਣਾ ਪਏਗਾ, ਬੜਾ ਤਬਾਹਕੁਨ ਹੋਏਗਾ ਜੇ ਇੱਦਾਂ ਦੀ ਸਿਚੁਏਸ਼ਨ ਆ ਗਈ। ਇੱਕ ਗੱਲ ਤੇ ਇਹ ਆ ਕਿ ਅਸੀਂ ਕਿਸੇ ਪਾਸਿਓਂ ਵੀ ਚਾਈਨਾ ਦੀ ਬਰਾਬਰੀ ਨਹੀਂ ਕਰ ਪਾਵਾਂਗੇ, ਨਾ ਟੈਕਨੋਲੋਜੀ ਦੇ ਪੱਖ ਤੋਂ ਤੇ ਨਾ ਹੀ ਜਿਹੜੀਆਂ ਬਾਕੀ ਜਿਹੜੀ ਤਾਕਤ ਦੇ ਪੱਖ ਤੋਂ। ਡਿਫੈਂਸ ਦੇ ਪੱਖ, ਹਾਂ, ਜੇ ਸਪੇਸ ਡਿਫੈਂਸ ਟੈਕਨੋਲੋਜੀ ਜਿਹੜੇ ਮਰਜ਼ੀ ਫੀਲਡ 'ਚ ਕਹਿ ਲਓ। ਦੂਜੇ ਪਾਸੇ ਸਾਡੀ ਆਰਥਿਕਤਾ ਇੰਨੀ ਵੀਕ ਆ ਕਿ ਅਸੀਂ ਬਹੁਤ ਜ਼ਿਆਦਾ ਧਨ ਜਿਹੜਾ ਭਾਵੇਂ ਅਸੀਂ ਅਜੇ ਖਰਚ ਕਰ ਰਹੇ ਹਾਂ ਲੋੜੋਂ ਵੱਧ ਆਪਣੀ ਡਿਫੈਂਸ ਤੇ ਨਹੀਂ ਕਰ ਪਾਵਾਂਗੇ। ਤੀਜੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਭਾਰਤ ਨੂੰ ਡਿਵਾਈਡ ਕਰ ਦਿੱਤਾ ਗਿਆ ਜਾਤਾਂ, ਮਜ਼ਹਬਾਂ, ਗੋਤਾਂ 'ਚ, ਤੇ ਲੋਕਾਂ 'ਚੋਂ ਜਜ਼ਬਾ ਲੜਨ ਮਰਨ ਦਾ ਅਜੇ ਹੈਗੀਆਂ ਨੇ ਰੈਜੀਮੈਂਟਾਂ, ਗੋਰਖਾ ਰੈਜੀਮੈਂਟ, ਸਿੱਖ ਰੈਜੀਮੈਂਟ, ਕਈ ਰੈਜੀਮੈਂਟਾਂ ਹੈਗੀਆਂ ਨੇ ਜਿਨ੍ਹਾਂ ਨੇ ਕੁਰਬਾਨੀ ਦੇ ਜਿਹੜੇ ਆ ਸ਼ੌਰੀਆ ਪ੍ਰਾਪਤ ਕੀਤੇ ਆ। ਪਰ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਇਹੋ ਜਿਹੀਆਂ ਸਰਕਾਰਾਂ ਸਾਡੇ ਮੱਥੇ ਮੜੀਆਂ ਜਾਂਦੀਆਂ ਰਹੀਆਂ ਹੋਰ 5-7-10 ਸਾਲ, ਤੇ ਲੋਕਾਂ 'ਚ ਉਹ ਜਜ਼ਬਾ ਵੀ ਜਿਹੜਾ ਦੇਸ਼ ਭਗਤੀ ਦਾ ਹੌਲੀ ਹੌਲੀ ਜਿਹੜਾ ਉਹ ਖਤਮ ਹੋ ਜਾਣਾ ਆ। ਤੇ ਤੀਜੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਅਮਰੀਕਾ ਨਹੀਂ ਚਾਹੇਗਾ, ਅਮਰੀਕਾ ਨੇ ਕਿਹਦੇ ਨਾਲ ਸਰ ਜੀ ਵਫਾ ਕੀਤੀ ਆ? ਕਦੀ ਅਮਰੀਕਾ ਤੇ ਕਦੀ ਵੀ ਨਹੀਂ ਚਾਹੇਗਾ ਕਿ ਇਹ ਯੁੱਧ ਉਹਦੀਆਂ ਧਰਤੀਆਂ ਨੂੰ ਵਧਣ। ਉਹ ਚਾਹੇਗਾ ਕਿ ਇਹ ਯੁੱਧ ਕਦੀ ਅਫਗਾਨਿਸਤਾਨ 'ਚ ਹੋਣ, ਭਾਵੇਂ ਉਹ 'ਚ ਪਾਕਿਸਤਾਨ ਰੁੜੇ, ਭਾਵੇਂ ਭਾਰਤ ਰੁੜੇ, ਭਾਵੇਂ ਕੋਈ ਹੋਰ ਰੁੜ ਜੇ।
ਤੇ ਨਾ ਹੀ ਅਮਰੀਕਾ ਦੇ ਕੋਈ ਮਦਦ ਦੇ ਆਸਰੇ। ਉਹ ਕਹਿੰਦੇ ਨੇ ਬਗਾਨੀ ਸ਼ਾਹ ਤੇ ਮੁੱਛਾਂ ਨਹੀਂ ਬਣਾਉਣੀਆਂ ਚਾਹੀਦੀਆਂ, ਤੇ ਆਪਾਂ ਨੂੰ ਕੋਈ ਬਹੁਤੀ ਜ਼ਿਆਦਾ ਇਸ ਗੱਲ ਦੀ ਉਮੀਦ ਨਹੀਂ ਪਾਲਣੀ ਚਾਹੀਦੀ। ਕੱਲ ਨੂੰ ਜਦੋਂ ਸਾਡੇ ਤੇ ਮੁਸ਼ਕਲ ਬਣੂਗੀ ਤੇ ਅਮਰੀਕਾ ਸਾਡੀ ਮਦਦ ਕਰੂਗਾ। ਅਸੀਂ ਉਹਦਾ ਇਤਿਹਾਸ ਵੇਖਿਆ ਹੋਇਆ, ਯੂਕਰੇਨ ਨੂੰ ਵੇਖ ਲਓ, ਦੁਨੀਆ ਦੇ ਹੋਰ ਖਿੱਤਿਆਂ ਨੂੰ ਵੇਖ ਲਓ, ਜਿੱਥੇ ਜਿੱਥੇ ਅਮਰੀਕਾ ਗਿਆ ਬਰਬਾਦੀ ਤੋਂ ਸਿਵਾ ਕੋਈ ਚੀਜ਼ ਨਹੀਂ ਆਈ। ਤੇ ਤੀਜੀ ਗੱਲ ਜਿਹੜੀ ਮੈਂ ਇੱਕ ਸੈਕਿੰਡ, ਜੇ ਅਮਰੀਕਾ ਦਾ ਇਨਵੋਲਵਮੈਂਟ ਇਸ ਲਈ ਹੋਣਾ ਕਿ ਉਹ ਹਿੰਦੁਸਤਾਨ ਦੀ ਮਦਦ ਕਰਨ ਲਈ ਆ ਰਿਹਾ, ਉਹ ਆਪਣੀਆਂ ਮੰਡੀਆਂ ਦੇਖਣ ਲਈ ਤਾਂ ਵੀ ਨਹੀਂ ਆਏਗਾ ਸਰ, ਤਾਂ ਵੀ ਨਹੀਂ ਆਏਗਾ। ਅਮਰੀਕਾ ਨਹੀਂ ਜਾਏਗਾ। ਕੱਲ ਨੂੰ ਜੇ ਕਿਤੇ ਵਾਰ ਦਾ ਜ਼ੋਨ ਭਾਰਤ ਬਣ ਗਿਆ, ਅਮਰੀਕਾ ਨਹੀਂ ਆਏਗਾ। ਭਾਰਤ ਦੀ ਬੜੀ ਵੱਡੀ ਦੁਬਿਧਾ ਹੈ ਕਿ ਆਪਣੇ ਪੁਰਾਣੇ ਮਿੱਤਰ ਰਸ਼ੀਆ ਨੂੰ ਛੱਡ ਕੇ ਅਸੀਂ ਅਮਰੀਕਾ ਦਾ ਲੜ ਪੜਦੇ ਆ। ਤੇ ਕਿਆ ਇਹ ਜਾਂਦਾ ਹੈ ਕਿ ਅਮਰੀਕਾ ਦਾ ਦੁਸ਼ਮਣ ਤੇ ਉਹਦਾ ਦੁਸ਼ਮਣ ਹੁੰਦਾ ਆ, ਤੇ ਜਿਹੜਾ ਜਿਹਨੂੰ ਉਹ ਬੁੱਕਲ ਚ ਲੈਂਦਾ ਉਹਨੂੰ ਬੁੱਕਲ ਚ ਲੈ ਕੇ ਹੀ ਉਹਦਾ ਗਲ ਘੁੱਟ ਦਿੰਦਾ ਆ। ਪਾਕਿਸਤਾਨ ਦੀ ਮਿਸਾਲ ਸਾਡੇ ਸਾਹਮਣੇ ਆ, ਅਫਗਾਨਿਸਤਾਨ ਦੀ ਮਿਸਾਲ ਸਾਡੇ ਸਾਹਮਣੇ ਆ। ਤੇ ਜਦੋਂ ਐਨ ਅੱਤ ਬਣਦੀ, ਹੁਣ ਕਿਉਂ ਨਹੀਂ ਆ ਡੈਮੋਕ੍ਰੇਸੀ ਚੇਤੇ ਆਉਂਦੀ ਅਫਗਾਨਿਸਤਾਨ ਦੀ ਜੀ? ਇਹਨਾਂ ਨੂੰ ਬਾਰ-ਬਾਰ ਦਖਲ ਦਿੱਤਾ। ਅੱਜ ਇਰਾਕ 'ਚ ਕੀ ਹੋ ਰਿਹਾ ਕਿਸੇ ਨੂੰ ਪਤਾ? ਦੁਨੀਆ 'ਚ ਤਬਾਹ ਕਰਤੇ ਮੁਲਕਾਂ ਦੇ ਮੁਲਕ ਇਹਨਾਂ ਨੇ, ਤੇ ਆਪ ਆਰਾਮ ਨਾਲ ਪਾਸੇ ਦੇ ਪਾਸੇ। ਭਾਰਤ ਨੂੰ ਅਮਰੀਕਾ ਤੋਂ ਬਹੁਤੀ ਉਮੀਦ ਨਹੀਂ ਪਾਲਣੀ ਚਾਹੀਦੀ, ਤੇ ਨਾ ਹੀ ਇਹ ਉਮੀਦ ਹੈ। ਆਪਾਂ ਇੱਥੇ ਗੱਲ ਕਰਾਂਗੇ, ਮੈਨੂੰ ਲੱਗਦਾ ਡਾਕਟਰ ਸਾਹਿਬ ਅਗਲੀ ਵਾਰ ਇਸ ਇਸ਼ੂ ਤੇ ਹੀ ਗੱਲ ਕਰਾਂਗੇ ਕਿ ਚਾਈਨਾ ਤੇ ਭਾਰਤ ਵਾਰ ਜ਼ੋਨ ਵੱਲ ਵੱਧ ਰਿਹਾ। ਜੇ ਇੱਕ ਤੇ ਅਨਸਰ ਦੀ ਲੋੜ ਬਣ ਗਈ ਸਾਡੀ, ਤੇ ਫਿਰ ਸਾਡਾ ਕੀ ਹੋਊਗਾ? ਇਹ ਤੇ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਮਾਂ ਆਪਣਾ ਅੱਜ ਹੋ ਗਿਆ। ਬਹੁਤ ਧੰਨਵਾਦ। ਥੈਂਕ ਯੂ, ਵੀ ਹੈਡ ਅ ਗੁੱਡ ਟਾਕ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਬਹੁਤ ਅੱਛਾ ਲੱਗਿਆ ਜੀ। ਇੱਕ ਵਿਲੱਖਣ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ, ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ।